जुगो जुग अटल। ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਬੈਠ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਾਜ਼ਰੀ ਵਿੱਚ ਬੈਠ ਕੇ ਸੰਗਰਾਂਦ ਦਾ ਪਵਿੱਤਰ ਦਿਹਾੜਾ, ਖਾਸ ਤੌਰ 'ਤੇ ਮਾਘੀ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਦੂਰ ਨੇੜੇ ਤੋਂ ਚੱਲ ਕੇ ਇਕੱਤਰ ਹੋਈ ਸਾਧ ਸੰਗਤ ਆਪਣੇ ਜੀਵਨ ਦੇ ਮਿਲੇ ਸਵਾਸਾਂ ਨੂੰ ਸੁਭਾਗ ਸਮਾਂ ਸਫਲ ਕਰਨ ਦਾ ਪ੍ਰਾਪਤ ਹੋਇਆ ਹੈ। ਜਿੰਨਾ ਸਮਾਂ ਵੀ ਗੁਰੂ ਦੇ ਚਰਨਾਂ 'ਚ ਬੈਠਣ ਦਾ ਪ੍ਰਾਪਤ ਹੋ ਜਾਵੇ, ਕੋਸ਼ਿਸ਼ ਕਰਿਆ ਕਰੋ ਸਵਾਸ ਸਫਲੇ ਹੋ ਜਾਣ। ਜਿਨ੍ਹਾਂ ਦੇ ਬੱਚੇ ਭਾਈ ਪਹਿਲਾਂ ਧਿਆਨ ਰੱਖਿਆ ਕਰੋ, ਬੜਾ ਵੱਡਾ ਅਪਰਾਧ ਹੈ ਇਹ। 14 ਸਾਲ ਦੇ ਬਲਕੇ ਲੜਕੇ ਤੱਕ ਅਪਰਾਧ ਗਿਣਿਆ ਸੀ ਇਹ ਮਾਂਡਵ ਰਿਖੀ ਨੇ। 14 ਸਾਲ ਤੱਕ ਬੱਚਾ ਕੋਈ ਗਲਤੀ ਕਰਦਾ, ਉਹਦੀ ਸਜ਼ਾ ਉਹਦੇ ਮਾਤਾ ਪਿਤਾ ਨੂੰ ਮਿਲਦੀ ਹੈ। ਇਸ ਕਰਕੇ ਧਿਆਨ ਰੱਖਿਆ ਕਰੋ, ਜੋ ਬੱਚਾ ਗਲਤੀ ਕਰਦਾ ਉਹਦੇ ਮਾਤਾ ਪਿਤਾ ਨੂੰ ਸਜ਼ਾ ਮਿਲਦੀ 14 ਸਾਲ ਤੱਕ। ਬਾਕੀਆਂ ਦੇ ਆਨੰਦ ਵਿੱਚ ਵਿਘਨ ਪਾਉਣਾ, ਹਰੀ ਦੇ ਜਸ ਚੱਲਦੇ ਵਿੱਚ ਵਿਘਨ ਪਾਉਣਾ ਬਹੁਤ ਵੱਡਾ ਅਪਰਾਧ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਲਿਖਦੇ, ਹਰ ਜਸ ਕਰਤੇ ਬਾਤ ਚਲਾਵੈ, ਕਹੇ ਗੋਬਿੰਦ ਸਿੰਘ ਬੱਧਾ ਜੰਮਪੁਰ ਜਾਵੈ। ਉਹ ਬੱਚਾ ਜੰਮਪੁਰੀ ਨੂੰ ਜਾਂਦਾ ਹੈ, ਹੋਰ ਨਹੀਂ, ਸਜ਼ਾ ਤੋਂ ਤਾਂ ਬਚ ਜਾਓਗੇ। ਇਹ ਕਲਯੁਗੀ ਬੱਚੇ ਹੈ, ਇਹ ਧਿਆਨ ਰੱਖਿਆ ਕਰੋ। ਜਿਨ੍ਹਾਂ ਨੂੰ ਪਤਾ ਹੈ ਬੱਚਿਆਂ ਦਾ ਸੁਭਾਅ ਇੱਦਾਂ ਦਾ ਹੈ। ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਜੋ ਗਿਆਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਆ ਹੈ, ਉਹ ਗਿਆਨ ਜਿੱਥੇ ਸੁਣਨਾ ਹੈ ਉਸ ਨੂੰ ਮੰਨਣਾ ਵੀ ਬਹੁਤ ਵੱਡਾ ਪੁੰਨ ਹੈ। ਪਿਛਲਾ ਮਹੀਨਾ ਪੋਹ ਦਾ ਕਈਆਂ ਦਾ ਸੁੱਖ ਸ਼ਾਂਤੀ ਨਾਲ ਬਤੀਤ ਹੋਇਆ, ਕਈਆਂ ਦਾ ਹੋ ਸਕਦਾ ਕਰਮਾਂ ਮੁਤਾਬਕ ਕੁਛ ਕਾਰਨਾਂ ਕਰਕੇ, ਕਈ ਕਾਰਨਾਂ ਕਰਕੇ, ਜਨਮਾਂ ਦੇ ਪਿਛਲੇ ਕਰਮਾਂ ਕਰਕੇ ਕਠਿਨਾਈਆਂ ਭਰਿਆ ਬਤੀਤ ਵੀ ਹੋ ਸਕਦਾ ਹੈ। ਵਿਚਾਰ ਕਰਨੀ ਹੈ ਥੋੜ੍ਹੇ ਸਮੇਂ ਵਾਸਤੇ, ਜਿੰਨਾ ਕੁ ਸਮਾਂ ਸਤਿਗੁਰੂ ਜੀ ਬਖਸ਼ਣਗੇ। ਜਿਨ੍ਹਾਂ ਦੇ ਪਵਿੱਤਰ ਅਸਥਾਨ 'ਤੇ ਤੁਸੀਂ ਬੈਠੇ ਹੋ, ਉਹਨਾਂ ਨੇ ਇਸ ਗਿਆਨ ਨੂੰ ਜੀਵਨ ਦੇ ਵਿੱਚ ਕਮਾਇਆ ਔਰ ਉਸ ਨੂੰ ਕਮਾ ਕੇ ਦੁਨੀਆ ਨੂੰ ਪ੍ਰੇਰਿਤ ਕੀਤਾ। ਇਸ ਗਿਆਨ ਤੋਂ ਕੀ ਪ੍ਰਾਪਤੀ ਹੁੰਦੀ ਹੈ, ਇਹ ਗਿਆਨ ਜਿਨ੍ਹਾਂ ਨੇ ਕਮਾਇਆ ਹੈ ਉਹਨਾਂ ਨੂੰ ਕੀ ਮਿਲਿਆ ਹੈ। ਸੋ ਉਹਨਾਂ ਦੇ ਸਥਾਨ 'ਤੇ ਤੁਸੀਂ ਬੈਠੇ ਹੋ। ਭਾਵੇਂ ਅੱਜ ਬਹੁਤ ਵੱਡਾ ਮੁਕਤਸਰ ਸਾਹਿਬ ਦੀ ਧਰਤੀ 'ਤੇ ਬਹੁਤ ਵੱਡੇ ਪੱਧਰ 'ਤੇ ਇਹ ਤਿਉਹਾਰ ਮਨਾਇਆ ਜਾਂਦਾ ਹੈ 40 ਮੁਕਤਿਆਂ ਦਾ, ਜਿਨ੍ਹਾਂ ਦਾ ਹਰ ਰੋਜ਼ ਅਰਦਾਸ ਵਿੱਚ ਦੁਨੀਆ ਨਾਮ ਲੈਂਦੀ ਹੈ। 40 ਮੁਕਤਿਆਂ ਦਾ ਆਖਰੀ ਜੰਗ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ। ਇਹ ਤੋਂ ਬਾਅਦ ਜੰਗਾਂ ਯੁੱਧਾਂ ਦੀ ਸਮਾਪਤੀ ਹੋਈ ਹੈ। ਇਹ ਆਖਰੀ ਜੰਗ ਤੋਂ ਬਾਅਦ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਮਰ ਕੱਸਾ ਖੋਲ੍ਹਿਆ ਸੀ ਔਰ 40 ਮੁਕਤਿਆਂ ਦਾ ਨਾਮ ਬਖਸ਼ਿਆ ਸੀ। ਮਾਝੇ ਦੀ ਧਰਤੀ 'ਤੇ ਰਹਿਣ ਵਾਲੇ ਉਹ ਬਹਾਦਰ ਯੋਧੇ ਜਿਨ੍ਹਾਂ ਨੇ ਆਖਰੀ ਜੰਗ ਸਮਾਪਤੀ ਕੀਤੀ।
सो मनुख दे अंदर कुछ ऐसियां गल्लां कुछ रह जांदियां ने जिहड़ियां मनुख जीवन भर लुकाउण दी कोशिश करदा है। वो गल्लां नूं जां तां परमेश्वर जाणदा है जां मनुख जाणदा है। मनुख दा सुभाव है अपने कीते पाप कर्मां नूं लुकाउण दी कोशिश करनी है। जिहड़े पुण्य कर्म ने मनुख अपने सुभाव मुताबक अपनी वडियाई कन्नां नाल सुणनी भी चाहुंदा है ते अपनी वडियाई अपनी रसना नाल भी करदा है। ये मनुख दा सुभाव है। जिहड़ी चीज़ नूं धरती विच डूंघी दब दईए वो जम जाती है, उन्होंने फिर अगे तो अगे फल ज़्यादा लगता, उसका बदंत वाधा हो जाता है। जिहड़ी चीज़ जिहड़ा बीज धरती तो बाहर सिट दईए वो जमदा नहीं है, उन्होंने बीज नहीं पैंदे। मनुख का सुभाव है अपने पाप कर्मां नूं लुकाउण दी कोशिश करनी है। वो हरेक मनुख का सुभाव है। मैं भी तुहाडे विच हाँ। हरेक मनुख अपने परिवार तो अपने नगर निवासियों तो अपने रिश्तेदारां तो उन्हां गल्लां नूं लुकाउण दी कोशिश करता है। गुरु ग्रंथ साहिब जी की पवित्र बाणी का फरमान है, कबीर जेते कर्म किए पाप किए राखे तले दोहराए। पाप कर्म करके उन्होंने डूंघे दब दिंदा, पता ना लगे प्रगट पै निदान जा पूछे धर्म राए। जब धर्म राजे के सामना हुंदा तो वो पाप कर्मां दा पता लग जाता। ये मनुख का सुभाव है, इन्हूं लुकाउण दी कोशिश करनी है। जां तां फिर परमेश्वर निरंकार मिले हुए ਉਹਦੇ ਨਾਲ महापुरुष वो दसदे आ पाप कर्म। एक मनुख ने किसा संत महाराज जी जिन्हां दे पवित्र स्थान ते बैठे हों, उन्होंने कहा जी महाराज मेरा मन माड़े पासे नूं बहुत जांदा, गलत कर्मां वाले पासे नूं तुरदा है। उन्हां महापुरुषां ने फिर बचन किया, कहन लगे सारी संगत बैठी है, सारी संगत विच खड़ा हो के अपना पाप कर्म दस दे, खत्म हो जाऊगा। जे संगत विच खड़े हो के पाप कर्म दस दईए पाप खत्म हो जाता है, जे पुण्य दस दईए पुण्य खत्म हो जाता। जिहड़ी तुसीं चीज़ बाहर खिलारोगे वो खत्म हो जाऊगी। कहन लगे संगत विच खड़ा हो के दस दे मेरा मन माड़े पासे नूं जांदा, कहते पाप कर्म खत्म हो जाऊगा। पर मनुख का सुभाव है, मनुख अपने पाप कर्मां नूं दब दिंदा, थल्ले लुको के रखदा, पुण्य कर्मां नूं अगे दसण दी कोशिश करदा, चंगा बनन दी कोशिश करदा। बहुत औखा है संसार के अंदर, सारी सृष्टि विच परमेश्वर रमिया होया है, उसनूं लभण वास्ते अनेकां दुनिया ने कोशिश की है, पर गुरबाणी ने बड़ा औखा दसिया है। रेता दा खंड भरा इक्को जिहे हुंदे है, इनूं कट्ठियां नूं रला दईए ते कट्ठे इन्हां नूं वखरे वखरे करना बड़ी मुश्किल गल है। इहदा जिक्र गुरबाणी विच दसिया है। हर है खांड रेत में बिखरी, हस्ती चुनी ना जाए। जे कोई कहे रेते विचों खंड नूं जुदी कर लईए बहुत मुश्किल गल है। कहो कबीर गुर भरी बजाई चीटी हो के खाए, या दा भी कीड़ी बनना पवेगा, कीड़ी वाली बिरती धारण करनी पवेगी। जे कोई मनुख कहे मैं हाथी वांगर उच्चा भी रहा, वडियाई भी अपनी करावां ते करां भी सुणावां भी, फिर जिहड़ी खंड है रेते विचों चुगी नहीं जा सकती।
ਗੁਰੂ ਤਾਂ ਮਨੁੱਖ ਦੇ ਅੰਦਰ ਵੜ ਸਕਦਾ ਹੈ, ਪਰ ਮਨੁੱਖ ਗੁਰੂ ਦੇ ਅੰਦਰ ਨਹੀਂ ਵੜ ਸਕਦਾ। ਇਹਨੂੰ ਗੁਰੂ ਦੇ ਅੰਦਰ ਵੜਨ ਵਾਸਤੇ ਵੀ ਆਪਣੀ ਉਨੀ ਬਰੀਕ ਬੁੱਧੀ ਕਰਨੀ ਪਵੇਗੀ ਜਿੰਨੀ ਬਰੀਕ ਇਹ ਰਸਤਾ ਬਰੀਕ ਹੈ। ਖੰਡੇ ਤਾਰ ਗਲੀ ਅਤੇ ਪੀੜੀ ਉੱਪਰ ਟਿਕੇ ਨ ਪੁਣਹਣਾ ਚੱਲ ਨ ਸਕੇ ਉੱਪਰ ਕੀੜੀ। ਬਹੁਤ ਬਰੀਕ ਰਸਤਾ ਹੈ, ਉਹਦੇ ਉੱਪਰ ਦੀ ਤੁਰਨਾ ਪੈਂਦਾ ਹੈ। ਇਸ ਕਰਕੇ ਰਾਮਾਨੰਦ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਸ ਵੇਲੇ ਜਿਹੜੇ ਸ਼ੂਦਰ ਲੋਕ ਸਨ ਉਹਨਾਂ ਨੂੰ ਨਾਮ ਨਹੀਂ ਦਿੱਤਾ ਜਾਂਦਾ ਸੀ। ਕਬੀਰ ਸਾਹਿਬ ਨੇ ਰਾਮਾਨੰਦ ਜੀ ਤੋਂ ਕਿਸੇ ਤਰੀਕੇ ਨਾਲ ਨਾਮ ਦੀ ਪ੍ਰਾਪਤੀ ਕਰ ਲਈ। ਨਾਮ ਦੀ ਪ੍ਰਾਪਤੀ ਉਹਨਾਂ ਪੁਰਸ਼ਾਂ ਦੇ ਅੰਦਰ ਨਾਮ ਟਿਕਦਾ ਹੈ ਜਿਨ੍ਹਾਂ ਦੇ ਮਨ ਦੀ ਬਿਰਤੀ, ਜਿੱਦਾਂ ਜਿੱਦਾਂ ਮਨ ਨੀਵਾਂ ਹੁੰਦਾ ਰਹਿੰਦਾ ਉੱਥੇ ਉੱਥੇ ਨਾਮ ਟਿਕਦਾ ਚਲੇ ਜਾਂਦਾ। ਜਿੱਦਾਂ ਜਿੱਦਾਂ ਮਨ ਉੱਚਾ ਹੁੰਦਾ ਰਹਿੰਦਾ ਅਤੇ ਉੱਥੇ ਕੋਈ ਚੀਜ਼ ਟਿਕਦੀ ਨਹੀਂ, ਉਹ ਧੁੱਪ ਨਾਲ ਛੇਤੀ ਟਿੱਬੇ ਸੁੱਕ ਜਾਂਦੇ ਹੈ। ਜਿਨ੍ਹਾਂ ਜਿਨ੍ਹਾਂ ਪੁਰਸ਼ਾਂ ਦੇ ਅੰਦਰ ਨਾਮ ਟਿਕਿਆ ਉਹਨਾਂ ਦੀ ਮਨ ਦੀ ਬਿਰਤੀ ਨਿਰਮਲ ਹੋ ਕੇ ਨੀਵੀਂ ਹੋ ਗਈ। ਕਬੀਰ ਸਾਹਿਬ ਨੂੰ ਹੁਕਮ ਸੀ ਬਾਹਰ ਬੈਠਣ ਦਾ, ਅਤੇ ਰਾਮਾਨੰਦ ਜੀ ਅੰਦਰ ਬੈਠ ਕੇ ਸੁਰਤੀ ਦੇ ਨਾਲ ਮੂਰਤੀ ਦੀ ਪੂਜਾ ਕਰਿਆ ਕਰਦੇ ਸਨ। ਜਿਹੜੀ ਭਗਵਾਨ ਦੀ ਮੂਰਤੀ ਸੀ ਉਹਦੇ 'ਤੇ ਮੁਕਟ ਲਾਉਣਾ, ਗਲੇ ਵਿੱਚ ਹਾਰ ਪਾਉਣਾ, ਹੋਰ ਧੂਫ ਵਗੈਰਾ ਸੁਗੰਧੀ ਲਾਉਣੀ, ਇਹ ਰਾਮਾਨੰਦ ਜੀ ਕਰਿਆ ਕਰਦੇ ਸਨ। ਗੁਰੂ ਤਾਂ ਸਿੱਖ ਦੀ ਗੱਲ ਜਾਣਦਾ ਹੈ, ਪਰ ਸਿੱਖ ਗੁਰੂ ਦੇ ਬਰਾਬਰ ਜਿੰਨਾ ਚਿਰ ਨਹੀਂ ਹੁੰਦਾ ਉਹਨਾਂ ਚਿਰ ਗੁਰੂ ਦੀ ਗੱਲ ਨਹੀਂ ਜਾਣਦਾ। ਜਿਹੜਾ ਸਿੱਖ ਹਰ ਹਰ ਜਨ ਦੋ ਏਕ ਹੈ, ਗੁਰੂ ਵਰਗਾ ਹੋ ਜਾਵੇ, ਗੁਰੂ ਦੀ ਮੱਤ ਨੂੰ ਧਾਰਨ ਕਰ ਲਵੇ, ਗੁਰੂ ਦੇ ਕਹੇ ਮੁਤਾਬਕ ਦੁਨੀਆ ਵਿੱਚ ਸੰਸਾਰ ਵਿੱਚ ਚੱਲਣ ਦੀ ਕੋਸ਼ਿਸ਼ ਕਰੇ, ਤਾਂ ਉਹ ਫਿਰ ਹਰ ਹਰ ਜਨ ਦੋ ਏਕ ਹੈ ਬੇਵਿਚਾਰ ਕਛ ਨਾਹੀ। ਜਿਹਦਾ ਨਾ ਬਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਉਹ ਬਰਾਬਰੇ ਇੱਕੋ ਜਿਹੇ ਹੁੰਦੇ ਆ। ਕਬੀਰ ਸਾਹਿਬ ਬਾਹਰ ਬਹਿੰਦੇ ਸੀ ਅਤੇ ਰਾਮਾਨੰਦ ਜੀ ਅੰਦਰ ਬਹਿੰਦੇ ਹੁੰਦੇ ਸੀ। ਅੰਦਰ ਬੈਠਿਆਂ ਰਾਮਾਨੰਦ ਜੀ ਸੇਵਾ ਕਰ ਰਹੇ ਹੈ ਮੂਰਤੀ ਦੀ, ਭਗਵਾਨ ਦੀ ਸੇਵਾ ਕਰਦਿਆਂ ਇੱਕ ਮੱਥੇ 'ਤੇ ਮੁਕਟ ਲਾਇਆ ਹੁੰਦਾ, ਤੁਸੀਂ ਦੇਖਿਆ ਹੋਣਾ। ਮੁਕਟ ਥੋੜ੍ਹਾ ਉੱਚਾ ਹੁੰਦਾ। ਫਿਰ ਉਹ ਮੁਕਟ ਲਾਉਣ ਤੋਂ ਪਹਿਲਾਂ ਗਲੇ 'ਚ ਹਾਰ ਪਾ ਦਿੰਦੇ ਸੀ, ਕਿਉਂਕਿ ਮੁਕਟ ਵੱਡਾ ਹੁੰਦਾ, ਹਾਰ ਉਹਦੇ ਵਿੱਚ ਦੀ ਪੈਂਦਾ ਨਹੀਂ ਹੈ। ਗਲਤੀ ਨਾਲ ਰਾਮਾਨੰਦ ਜੀ ਨੇ ਮੁਕਟ ਪਹਿਲਾਂ ਲਾ ਦਿੱਤਾ, ਹਾਰ ਲਾਉਣ ਦਾ ਚੇਤਾ, ਹਾਰ ਪਾਉਣ ਦਾ ਚੇਤਾ ਭੁੱਲ ਗਿਆ। ਬਾਹਰ ਕਬੀਰ ਸਾਹਿਬ ਬੈਠੇ ਆ, ਉਹਨਾਂ ਨੇ ਵੀ ਸੁਰਤੀ ਜੋੜੀ ਹੈ, ਉਹਨਾਂ ਦੀ ਬਿਰਤੀ ਵੀ ਨਿਰਮਲ ਹੈ। ਉਹਨਾਂ ਦੇ ਅੰਦਰ ਗੁਰੂ ਜਾਣ ਦੀ, ਗੁਰੂ ਦੇ ਅੰਦਰ ਜਾਣ ਦੀ ਸਮਰੱਥਾ ਕਬੀਰ ਸਾਹਿਬ ਦੇ ਵਿੱਚ ਬਣੀ ਹੋਈ ਸੀ। ਕਬੀਰ ਸਾਹਿਬ ਅੰਦਰ ਦੇਖ ਰਹੇ ਆ ਗੁਰੂ ਦੀ ਬਿਰਤੀ, ਗੁਰੂ ਕੀ ਕਰ ਰਿਹਾ ਅਤੇ ਗੁਰੂ ਵੀ ਦੇਖ ਰਿਹਾ ਸਿੱਖ ਨੂੰ। ਰਾਮਾਨੰਦ ਜੀ ਦੋ ਚਿੱਤੀ ਵਿੱਚ ਪੈ ਗਏ। ਜੇ ਮੈਂ ਮੁਕਟ ਲਾਉਣਾ ਤਾਂ ਬੇਸਤਕਾਰੀ ਹੁੰਦੀ ਹੈ ਭਗਵਾਨ ਦੀ, ਜੇ ਮੈਂ ਹਾਰ ਨਹੀਂ ਪਾਉਂਦਾ ਤਾਂ ਗੁਰੂ ਦੀ ਸੋਭਾ ਨਹੀਂ ਬਣਦੀ, ਭਗਵਾਨ ਦੀ ਸੋਭਾ ਨਹੀਂ ਬਣਦੀ। ਜਦੋਂ ਦੋ ਚਿੱਤੀ ਵਿੱਚ ਬਹਿ ਗਏ, ਬਾਹਰੋਂ ਕਬੀਰ ਸਾਹਿਬ ਨੇ ਆਵਾਜ਼ ਮਾਰੀ, ਮਹਾਰਾਜ ਹਾਰ ਦੀ ਗੱਠ ਖੋਲ੍ਹ ਕੇ ਪਿਛਲੇ ਪਾਸੇ ਦੀ ਗੱਠ ਦੇ ਦਿਓ। ਰਾਮਾਨੰਦ ਜੀ ਨੇ ਉਸੇ ਵੇਲੇ ਸੁਰਤੀ ਨਾਲ ਹਾਰ ਦੀ ਗੱਠ ਖੋਲ੍ਹੀ, ਪਿਛਲੇ ਪਾਸੇ ਗੱਠ ਦੇ ਦਿੱਤੀ, ਔਰ ਸਿੱਖ ਗੁਰੂ ਦੇ ਅੰਦਰ ਚਲਿਆ ਗਿਆ। ਉਹਦੀ ਬਿਰਤੀ ਉਨੀ ਉੱਚੀ ਹੋ ਗਈ, ਉਹ ਖੰਡ ਰੇਤੇ ਵਿੱਚੋਂ ਚੁਗ ਲਈ ਇੰਨੇ ਬਰੀਕ ਹੋ ਕੇ ਬਰਾਬਰ ਦੀ ਸਮਰੱਥਾ ਪਹੁੰਚ ਗਏ। ਉਹਨਾਂ ਨੇ ਫਿਰ ਕਬੀਰ ਸਾਹਿਬ ਨੂੰ ਆਪਣੇ ਕੋਲ ਬੁਲਾ ਲਿਆ, ਭਈ ਤੂੰ ਇੱਥੇ ਆ ਕੇ ਬਹਿ ਜਾਇਆ ਕਰ। ਜਦੋਂ ਕੋਈ ਸੁਰਾਖ ਛੋਟਾ ਹੋਵੇ ਉਹਦੇ ਵਿੱਚ ਹੀ ਵੱਡੀ ਚੀਜ਼ ਲੰਘਦੀ ਨਹੀਂ ਹੈ। ਇਸੇ ਤਰ੍ਹਾਂ ਸਿੱਖ ਜਦੋਂ
ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾ, ਜਿਨ੍ਹਾਂ ਨੂੰ ਆਪਣਾ ਧਨ ਦਾ, ਜਵਾਨੀ ਦਾ, ਪ੍ਰਭਤਾ ਦਾ ਮਾਣ ਹੈ, ਉਹ ਗੁਰੂ ਦੇ ਅੰਦਰ ਨਹੀਂ ਕਦੀ ਵੀ ਵੜ ਸਕਦੇ। ਜਿਹਦੇ ਕੋਲ ਧਨ ਜ਼ਿਆਦਾ ਹੈ ਉਹ ਧਨ ਦੀ ਆਪਣੀ ਬਿਰਤੀ ਲੈ ਕੇ ਗੁਰਦੁਆਰੇ ਆ ਜਾਂਦਾ। ਜਿਹਦੇ ਕੋਲ ਕੋਈ ਰਾਜਨੀਤਿਕ ਸਤਾ ਹੈ ਉਹ ਆਪਣੀ ਸਤਾ ਦਾ ਮਾਣ ਲੈ ਕੇ ਆ ਜਾਂਦਾ। ਤਾਂ ਜਿਹਦੇ ਕੋਲ ਕੋਈ ਪ੍ਰਭਤਾ ਹੈ, ਦੁਨੀਆ ਸਤਿਕਾਰ ਦਿੰਦੀ, ਉਹ ਸਤਿਕਾਰ ਲੈ ਕੇ ਆ ਜਾਂਦਾ। ਇਹ ਗੱਲਾਂ ਫਸ ਜਾਂਦੀਆਂ ਗੁਰੂ ਦੇ ਗਲੇ ਵਿੱਚ, ਅੰਦਰ ਵੜਨਾ ਮੁਸ਼ਕਿਲ ਕਰ ਦਿੰਦੀਆਂ। ਇਹ ਫਿਰ ਜਿਹੜੇ ਅੰਦਰ ਬੜੇ ਆ ਉਹਨਾਂ ਦੇ ਅੰਦਰ ਫਿਰ ਕੋਈ ਗੱਲ ਰਹਿੰਦੀ ਨਹੀਂ ਹੈ। ਜਿਹੜੇ ਰੱਬ ਨਾਲ ਮਿਲੇ ਹੋਏ ਉਹਨਾਂ ਦੀ ਨਿਸ਼ਾਨੀ ਦੱਸੀ ਆ ਕਬੀਰ ਸਾਹਿਬ ਜੀ ਨੇ। ਇੱਕ ਸ਼ਲੋਕ ਫਰੀਦ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਜਦੋਂ ਜਿਹੜੀ ਵੱਡੀ ਲਾਈਨ ਜਿਹੜੀ ਵੱਡੀ ਰੇਲਵੇ ਲਾਈਨ ਜਾਂਦੀ ਹੈ ਬਰੇਲੀ ਸ਼ਾਹਜਹਾਨਪੁਰ ਨੂੰ, ਇਸ ਰੇਲਵੇ ਲਾਈਨ ਦੇ ਉੱਤੇ ਯੂਪੀ ਦੇ ਇਲਾਕੇ ਵਿੱਚ ਇੱਕ ਕਲੀਅਰ ਛੋਟਾ ਜਿਹਾ ਸਟੇਸ਼ਨ ਹੈ। ਬਹੁਤਾ ਵੱਡਾ ਤਾਂ ਨਹੀਂ, ਬਸ ਛੋਟਾ ਜਿਹਾ ਸਟੇਸ਼ਨ ਹੈ, ਕਲੀਅਰ। ਸ਼ਹਿਰ ਤਾਂ ਛੋਟਾ ਹੈ ਪਰ ਉੱਥੇ ਇੱਕ ਮੁਸਲਮਾਨਾਂ ਦਾ ਸਥਾਨ ਹੈ ਬਹੁਤ ਵੱਡਾ, ਉਹਦੀ ਮਾਨਤਾ ਬੜੀ ਵੱਡੀ ਹੈ। ਉਹ ਫਰੀਦ ਸਾਹਿਬ ਜੀ ਦੇ ਭਾਣਜੇ ਦਾ ਸਥਾਨ ਹੈ। ਫਰੀਦ ਸਾਹਿਬ ਜੀ ਬੜੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਪਰਮੇਸ਼ਰ ਸਰੂਪ ਹੋਏ। ਜਿਹੜੇ ਪਰਮੇਸ਼ਰ ਸਰੂਪ ਹੋ ਜਾਂਦੇ ਆ ਉਹਨਾਂ ਦੇ ਨੇੜੇ ਰਹਿਣ ਵਾਲਿਆਂ 'ਤੇ ਵੀ ਜਿੱਦਾਂ ਸੂਰਜ ਦੀ ਚਮਕ ਦਮਕ ਪੈ ਕੇ ਸੂਰਜ ਦੇ ਕਈ ਤੱਤ ਫਸਲਾਂ ਨੂੰ ਮਿਲਦੇ ਹੈ, ਮਨੁੱਖਾਂ ਨੂੰ ਮਿਲਦੇ ਹੈ, ਪਸ਼ੂਆਂ ਨੂੰ ਮਿਲਦੇ ਹੈ, ਇਸ ਤਰ੍ਹਾਂ ਨਾਮ ਜਪਣ ਵਾਲੇ ਪੁਰਖਾਂ ਦੇ ਨੇੜੇ ਰਹਿਣ ਦਾ ਪ੍ਰਭਾਵ ਉਹਨਾਂ ਦੇ ਨੇੜੇ ਰਹਿਣ ਵਾਲੇ ਪਸ਼ੂਆਂ 'ਤੇ, ਸੇਵਕਾਂ 'ਤੇ, ਧਰਤੀ 'ਤੇ ਪੈਂਦਾ। ਜਿੱਥੇ ਮਨੁੱਖ ਦੀ ਬਿਰਤੀ 'ਤੇ ਅਸਰ ਹੁੰਦਾ ਉੱਥੇ ਮਨੁੱਖ ਦੀ ਖਾਣ ਪਾਨ ਹੋਰ ਚੀਜ਼ਾਂ ਤੋਂ ਵੀ ਜਿੱਦਾਂ ਜਿੱਦਾਂ ਬਿਰਤੀ ਨਿਰਮਲ ਹੁੰਦੀ ਆ, ਪਦਾਰਥਾਂ ਤੋਂ ਬਿਰਤੀ ਪਿੱਛੇ ਹਟਦੀ ਚਲੀ ਜਾਂਦੀ ਆ। ਇੱਕ ਪਾਸੇ ਨੂੰ ਹੋਣੀ ਹੈ ਬਿਰਤੀ, ਜਾਂ ਪਦਾਰਥਾਂ ਦਾ ਸਵਾਦ ਜਾਂ ਫਿਰ ਨਾਮ ਦਾ ਸਵਾਦ। ਬਾਬਾ ਫਰੀਦ ਸਾਹਿਬ ਜੀ ਦਾ ਭਾਣਜਾ ਸੀ ਸਾਬਰੀ। ਉਹਨਾਂ ਦੀ ਭੈਣ ਕਹਿਣ ਲੱਗੀ, ਭਰਾਵਾ ਸਿਹਤ ਮੁੰਡੇ ਦੀ ਥੋੜ੍ਹਾ ਜਿਹਾ ਕਮਜ਼ੋਰ ਹੈ, ਇੱਥੇ ਰੱਖ ਲੈ, ਤੇਰੇ ਪਦਾਰਥ ਬਹੁਤ ਹੈ, ਇੱਥੇ ਛਕ ਲਿਆ ਕਰੂਗਾ, ਨਾਲੇ ਤਕੜਾ ਹੋ ਜਾਊਗਾ, ਸੇਵਾ ਕਰ ਲਿਆ ਕਰੂਗਾ। ਫਰੀਦ ਸਾਹਿਬ ਕਹਿਣਗੇ ਠੀਕ ਹੈ। ਆਪਣੇ ਭਾਣਜੇ ਨੂੰ ਕਹਿਣ ਲੱਗੇ, ਚੱਲ ਕਾਕਾ, ਚੱਲ ਤੂੰ ਲੰਗਰ ਵਰਤਾ। ਉਹ ਲੰਗਰ ਵਰਤਾਉਂਦਾ ਰਿਹਾ। ਜਾਂ ਮਹੀਨੇ ਕੁ ਬਾਅਦ ਉਹਦੀ ਮਾਤਾ ਆਈ, ਦੇਖਿਆ ਫਿਰ ਸਰੀਰ ਅੱਗੇ ਨਾਲੋਂ ਵੀ ਜ਼ਿਆਦਾ ਡਾਊਨ ਹੋ ਗਿਆ। ਫਰੀਦ ਸਾਹਿਬ ਨੂੰ ਕਹਿੰਦੀ, ਭਰਾਵਾ ਇਹ ਤਾਂ ਮੈਂ ਛੱਡ ਕੇ ਗਈ ਸੀ ਤਕੜਾ ਹੋਣ ਨੂੰ, ਇਹ ਤਾਂ ਅੱਗੇ ਨਾਲ ਵੀ ਮਾੜਾ ਹੋ ਗਿਆ। ਉਹਨੇ ਸੱਦਿਆ ਉਹਨੂੰ, ਕਹਿੰਦੇ ਤੂੰ ਰੋਟੀ ਖਾਂਦਾ ਨਹੀਂ ਹੁੰਦਾ? ਉਹ ਮੋਹਰਿਓਂ ਬੋਲਿਆ, ਜੀ ਕਹਿੰਦਾ ਰੋਟੀ ਤਾਂ ਤੁਸੀਂ ਮੈਨੂੰ ਖਾਣ ਨੂੰ ਕਿਹਾ ਹੀ ਨਹੀਂ ਸੀ, ਤੁਸੀਂ ਕਿ ਲੰਗਰ ਵਰਤਾ, ਮੈਂ ਤਾਂ ਉਦਣ ਦਾ ਵਰਤਾਈ ਜਾਂਦਾ। ਕਹਿੰਦੇ ਤੂੰ ਆਪਣਾ ਹਿੱਸਾ ਕੱਢ ਕੇ ਰੱਖ ਲਿਆ ਕਰ। ਫਿਰ ਥੋੜ੍ਹੇ ਚਿਰ ਬਾਅਦ ਫਿਰ ਆਏ, ਉਹਦੀ ਮਾਤਾ ਦੇਖਿਆ ਵੀ ਅੱਗੇ ਨਾਲੋਂ ਵੀ ਸਿਹਤ ਚੰਗੀ ਨਹੀਂ ਹੈ। ਫਿਰ ਫਰੀਦ ਸਾਹਿਬ ਜੀ ਨੂੰ ਪੁੱਛਿਆ, ਉਹਨੂੰ ਪੁੱਛਿਆ ਵੀ ਤੂੰ ਆਪਣਾ ਹਿੱਸਾ ਕੱਢਦਾ ਨਹੀਂ ਹੁੰਦਾ? ਉਹ ਕਹਿੰਦਾ ਜੀ ਤੁਸੀਂ ਕੱਢ ਕੇ ਰੱਖਣ ਨੂੰ ਕਿਹਾ ਸੀ, ਖਾਣ ਨੂੰ ਤਾਂ ਕਿਹਾ ਹੀ ਨਹੀਂ ਸੀ। ਫਿਰ ਬਾਬਾ ਫਰੀਦ ਸਾਹਿਬ ਨੇ ਇੱਕ ਸ਼ਲੋਕ ਲਿਖਿਆ, ਸਬਰ ਅੰਦਰ ਸਾਬਰੀ ਤਨ ਏਵੇਂ ਜਾਲੇਣ, ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਇਹ ਰੱਬ ਦੇ ਨੇੜੇ ਰਹਿਣ ਵਾਲਿਆਂ ਦੀ ਨਿਸ਼ਾਨੀ ਹੈ। ਜੋ ਪੂਰੇ ਗੁਰੂ ਨੇ ਬਚਨ ਕਰ ਦਿੱਤਾ, ਗੁਰੂ ਦੇ ਬਚਨ 'ਤੇ ਪਹਿਰਾ ਦੇ ਦੇਣਾ, ਪਦਾਰਥਾਂ ਵੱਲ ਨੂੰ ਧਿਆਨ ਨਹੀਂ ਕਰਨਾ, ਇਹ ਇੱਕ ਨੇੜੇ ਰੱਬ ਦੇ ਨੇੜੇ ਰਹਿਣ ਵਾਲਿਆਂ ਦੀ ਨਿਸ਼ਾਨੀ ਹੈ। ਜਿਨ੍ਹਾਂ ਮਨੁੱਖਾਂ ਦੇ ਅੰਦਰ ਕੋਈ ਨਾ ਕੋਈ ਗੱਲ ਰਹਿ ਜਾਂਦੀ, ਛੁਪਾ ਕੇ ਰੱਖ ਲੈਂਦੇ ਆ, ਉਹ ਫਿਰ ਗੁਰੂ ਦੇ ਅੰਦਰ ਨਹੀਂ ਵੜਦੇ, ਕਿਉਂਕਿ ਉਹ ਫਿਰ ਥੋੜ੍ਹੇ
ਆਪਣੇ ਅੰਦਰ ਪਾਪ ਕਰਮ ਲੁਕੋ ਕੇ ਰੱਖਿਆ ਹੋਇਆ ਹੈ। ਉਹ ਪ੍ਰਗਟ ਹੋਣ ਤੋਂ ਡਰਦੇ ਆ। ਉਹਨੂੰ ਕਹਿੰਦੇ ਅੰਦਰ ਦਾ ਪਾਲਾ। ਪੋਖ ਤਖਾਰ ਨਾ ਵਿਆਪੇ, ਕੰਠ ਮਿਲਿਆ ਹਰ ਨਾਹੁ। ਉਹ ਅੰਦਰ ਦਾ ਪਾਲਾ ਹੀ ਮਾਰੀ ਜਾਂਦਾ। ਜੇ ਕੋਈ ਦੱਸ ਦਿੰਦਾ ਤਾਂ ਉਹਦੇ ਨਾਲ ਬੈਰ ਕਰਨ ਲੱਗ ਜਾਂਦੇ। ਜੇ ਪਤਾ ਲੱਗ ਜਾਵੇ ਤਾਂ ਹੋਰ ਬੈਰ ਦੀ ਬਿਰਤੀ ਧਾਰਨ ਕਰ ਜਾਂਦੇ ਆ। ਇਹ ਬਿਰਤੀ ਨੂੰ ਉੱਚਾ ਚੱਕਣ ਵਾਸਤੇ, ਅੰਦਰੋਂ ਪਾਪ ਕਰਮ ਦੀ ਬਿਰਤੀ ਨੂੰ ਕੱਢਣ ਵਾਸਤੇ ਕਹਿੰਦੇ ਜਿੰਨਾ ਚਿਰ ਪਰਮੇਸ਼ਰ ਦੇ ਗਲੇ ਨਾਲ ਨਹੀਂ ਰਲਦਾ ਉਨਾ ਚਿਰ ਅੰਦਰੋਂ ਇਹ ਗੱਲ ਨਿਕਲਦੀ ਨਹੀਂ ਹੈ। ਕੰਠ ਮਿਲਿਆ ਹਰ ਨਾਹੁ। ਗਲੇ ਦੇ ਅੰਦਰ ਦੀ ਚੀਜ਼ ਲੰਘੂਗੀ। ਜੇ ਹੁਣ ਗੁਰੂ ਦੇ ਗਲੇ ਦੇ ਅੰਦਰ ਦੀ ਸਿੱਖ ਹਉਮੈ ਦਾ ਭਰਿਆ ਹੋਇਆ ਅੰਦਰ ਕਿੱਦਾਂ ਲੰਘੂਗਾ। ਅੰਦਰ ਜਿੱਦਾਂ ਕਬੀਰ ਸਾਹਿਬ ਅੰਦਰ ਜਾ ਵੜੇ, ਗੁਰੂ ਦੇ ਗੁਰੂ ਕਬੀਰ ਦੇ ਅੰਦਰ ਜਾ ਵੜਿਆ, ਤਾਂ ਉਹਦੇ ਬਰਾਬਰ ਹੋ ਕੇ ਫਿਰ ਅੰਦਰ ਦਾ ਪਾਪ ਕਰਮ ਨਹੀਂ ਰਹਿੰਦਾ। ਕੰਠ ਮਿਲਿਆ ਹਰ ਨਾਹੁ। ਗਲੇ ਨਾਲ ਉਹਦੇ ਨਾਲ ਹੀ ਮਿਲਦੇ ਜਿੰਨਾ ਜ਼ਿਆਦਾ ਪ੍ਰੇਮ ਹੁੰਦਾ। ਗਲੇ ਨਾਲ ਗਾਉਂਦਾ ਵੀ ਮਨੁੱਖ ਉਹਨੂੰ ਹੀ ਆ, ਉਹਨੂੰ ਚੇਤੇ ਵੀ ਉਹਨੂੰ ਗਲੇ ਨਾਲ ਹੀ ਕਰਦਾ। ਜ਼ਿਆਦਾ ਪ੍ਰੇਮ ਕਰਕੇ ਮਿਲਦਾ ਵੀ ਗਲੇ, ਆਮ ਤੌਰ 'ਤੇ ਗਲੇ ਲੱਗ ਕੇ ਮਿਲਣਾ ਉਹਨੂੰ ਮਿਲਦੇ ਜਿੰਨਾ ਜ਼ਿਆਦਾ ਪ੍ਰੇਮ ਹੋਵੇ। ਮਨ ਵੇਦਿਆ ਚਰਨਾਰ ਵੇਦ ਦਰਸ਼ਨ ਲਗੜਾ ਸਾਹੋ। ਮਨ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਰਹਿਣਾ, ਦਰਸ਼ਨਾਂ ਦੀ ਇੱਛਾ ਬਣੀ ਰਹਿਣੀ। ਜਿੱਦਾਂ ਬਾਬਾ ਰਵਿਦਾਸ ਜੀ ਨੂੰ, ਭਗਤ ਰਵਿਦਾਸ ਜੀ ਨੂੰ ਦਰਸ਼ਨ ਤਾਂ ਕਿਤੇ ਪਹਿਲਾਂ ਵੀ ਹੋਏ ਹੋਣਗੇ। ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਪਇਓ ਦਰਸ਼ਨ ਦੇਖੇ। ਦਰਸ਼ਨ ਤਾਂ ਪਹਿਲਾਂ ਵੀ ਹੋਏ ਹੋਣਗੇ, ਫਿਰ ਇੱਛਾ ਲਾ ਕੇ ਦਰਸ਼ਨਾਂ ਦੀ ਬੈਠ ਗਏ। ਤਾਂ ਫਿਰ ਐਸੀ ਬਿਰਤੀ ਨੂੰ ਧਾਰਨ ਕਰਨ ਵਾਸਤੇ, ਐਸੇ ਅੰਦਰੋਂ ਪਾਪ ਕਰਮਾਂ ਦੀ ਬਿਰਤੀ ਨੂੰ ਕੱਢਣ ਵਾਸਤੇ ਤਰੀਕਾ ਦੱਸਿਆ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਨੇ। ਕਹਿੰਦੇ ਇੱਥੇ ਅਵਸਥਾ 'ਤੇ ਪਹੁੰਚਣਾ ਹੋਵੇ ਜਿੱਦਾਂ ਕੋਈ ਮਨੁੱਖ ਸਰੀਰ ਦੇ ਅੰਗਾਂ 'ਤੇ ਮੈਲ ਲੱਗੀ ਆ, ਪਾਣੀ ਨਾਲ ਧੋਤੀ ਜਾਂਦੀ ਹੈ। ਮਿੱਟੀ ਹੱਥ ਪੈਰ ਲੱਗੇ ਹੋਣ, ਮੂੰਹ 'ਤੇ ਲੱਗੀ ਆ, ਉਹ ਮਿੱਟੀ ਨਾਲ ਹੀ ਧੋਤੀ ਜਾਂਦੀ ਆ। ਸਰੀਰ 'ਤੇ ਸਾਬਣ ਲਾਉਣਾ ਨਹੀਂ ਦੱਸਿਆ, ਮਿੱਟੀ ਨਾਲ ਹੀ ਲੈ ਜਾਂਦੀ ਆ। ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ। ਪਾਣੀ ਲਾਓ, ਸਰੀਰ ਤੋਂ ਮੈਲ ਉਤਰ ਜਾਂਦੀ ਜਾਵੇ। ਉਹਨੂੰ ਸਾਬਣ ਦੀ ਜ਼ਰੂਰਤ ਹੈ। ਸਰੀਰ ਨੂੰ ਸਾਬਣ ਨਹੀਂ ਦੱਸਿਆ ਗੁਰਬਾਣੀ ਵਿੱਚ ਕਿਤੇ ਵੀ। ਸਾਬਣ ਦੱਸਿਆ ਤਾਂ ਕੇਵਲ ਕੱਪੜੇ ਨੂੰ ਹੀ ਦੱਸਿਆ। ਕੋਈ ਸਾਬਣ ਸਰੀਰ ਨੂੰ ਲਾਈ ਜਾਵੇ ਉਹ ਵੱਖਰੀ ਗੱਲ ਹੈ, ਪਰ ਸਾਬਣ ਸਰੀਰ ਨੂੰ ਦੱਸਿਆ ਨਹੀਂ ਹੈ। ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਏ। ਜੇ ਗੰਦਗੀ ਭਰ ਗਈ ਆ ਕੱਪੜੇ 'ਤੇ, ਉਹਨੂੰ ਸਾਬਣ ਦੀ ਜ਼ਰੂਰਤ ਹੈ। ਸਰੀਰ ਤਾਂ ਮਿੱਟੀ ਪਾਣੀ ਨਾਲ ਉਤਰ ਜਾਣੀ ਹੈ। ਸਰੀਰ ਦੇ ਅੰਗਾਂ ਤੋਂ ਮਿੱਟੀ ਲਾਉਣ ਵਾਸਤੇ ਜਿੱਦਾਂ ਪਾਣੀ ਦੀ ਜ਼ਰੂਰਤ ਹੈ, ਇੱਦਾਂ ਹੀ ਸਾਰੇ ਅੰਗਾਂ 'ਤੇ ਗੰਦਗੀ ਭਰੀ ਹੋਈ ਹੈ। ਅੱਖਾਂ ਮੈਲਾ ਦੇਖਦੀਆਂ। ਜੇ ਮਨ ਦੀ ਬਿਰਤੀ ਅੰਦਰ ਮੈਲੀ ਆ ਤਾਂ ਅੱਖਾਂ ਵੀ ਮੈਲਾ ਹੀ ਦੇਖਦੀਆਂ। ਕਿ ਮਨ ਮੈਲੇ ਸਭ ਕੁਛ ਮੈਲਾ। ਤਾਂ ਧੋਤੇ ਮਨ ਹੱਛਾ ਨਾ ਹੋਏ। ਆਮ ਗੱਲ ਚੱਲਦੀ ਹੁੰਦੀ, ਕਹਿੰਦੇ ਨਿਕੰਮਾ, ਇਹਦੀ ਸੋਚ ਬੰਦੇ ਦੀ ਨਿਕੰਮੀ ਆ, ਇਹਦੀ ਬਿਰਤੀ ਮਾੜੀ ਆ। ਜਿਹੜਾ ਬੰਦਾ ਮਾੜਾ ਉਹਦੀ ਸੋਚਣੀ ਵੀ ਮਾੜੀ ਆ, ਦੇਖਣੀ ਵੀ ਮਾੜੀ ਆ। ਉਹ ਮਾੜਿਆਂ ਬੰਦਿਆਂ ਜਾ ਕੇ ਬਹਿੰਦਾ। ਜਿਹੜੇ ਚੰਗੇ ਬੰਦੇ ਆ ਉਹਨਾਂ ਚੰਗਿਆਂ ਕੋਲ ਚੰਗਿਆਂ ਨੇ ਜਾ ਕੇ ਬਹਿਣਾ, ਮਾੜਿਆਂ ਕੋਲ ਮਾੜਿਆਂ ਨੇ ਜਾ ਕੇ ਬਹਿਣਾ। ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ। ਉਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਉਹ ਬਲ ਛਲ ਕਰ ਝੱਤ ਕੱਢਦੇ ਫਿਰ ਜਾਏ ਬਹਿ ਕੁੜਿਆਰਾਂ ਪਾਸ। ਸਰੀਰ ਦੇ ਤਨ ਦੀ ਮੈਲ ਮਿੱਟੀ ਪਾਣੀ ਨਾਲ ਉਤਰ ਜਾਂਦੀ ਹੈ, ਪਰ ਤਨ ਦੀ ਮੈਲ ਤਾਂ ਸੌਖੀ ਹੈ, ਪਾਣੀ ਨਾਲ ਉਤਰ ਜੂਗੀ। ਮਨ ਦੀ ਮੈਲ ਲਾਉਣੀ ਬੜੀ ਔਖੀ ਹੈ। ਮਨ ਦੀ ਮੈਲ ਲਾ ਦਿਓ, ਸਰੀਰ ਦੇ ਸਾਰੇ ਅੰਗਾਂ ਦੀ ਮੈਲ ਲੈ ਜੂਗੀ। ਜਿਹਦਾ ਮਨ ਪਵਿੱਤਰ ਹੋ ਗਿਆ, ਉਹਦੀ ਦੇਖਣੀ ਪਵਿੱਤਰ ਹੈ, ਉਹਦੀ ਸੋਚ ਪਵਿੱਤਰ ਹੈ, ਉਹ ਸਾਰਾ ਕੁਛ ਉਹਦੇ ਕਰਮ ਪਵਿੱਤਰ ਹੈ।
क्योंकि मन की सोच नाले कर्म बनते हैं। मन के सोच नाले चोर है, मन की सोच नाले साधु है। जो मन की सोच बदल जाती है, अखां की देखनी बदल जाती है। मन की सोच बदल जाती, कन्नां दा सुनने का विशा बदल जाता। जब मन की सोच बदल जाती है, हत्थां पैरां दे कर्म बदल जाते। ये तीन तरह के कर्म मनुख करता है। एक तो मन करके कर्म है, मन करके किसी का बुरा सोचना, मन करके चोर बिरती रखनी, मन करके गलत कर्मां वाले पासे की सोच रखनी। ये तो एक तो मन के कर्म है। हुण तो समा बदल गया, पर पिछलियां युगां विच इहदी सज़ा मिलदी सी। जे मन करके सोच लिया, उसकी सज़ा मिलती सी। हुण मन करके नहीं मिलती। हुण शरीर के अंग नाल जिहड़ा कर्म करूगा उसदी मिलूगी। ऐ कर करे सो ऐ कर पाए, कोई ना पकड़िए किसे थाए। जे हथ करूगा तो हथ की सज़ा हथ नूं, जे अख करूगी तो अख की सज़ा अख नूं, पैर करूगा तो पैर की सज़ा पैर नूं। पर पिछलियां युगां विच इह ना सी। उन्हें तो जे सोच लई, माड़ी सोच अंदर आ गई तो उसकी सज़ा उन्होंने मिलती सी, सोच की भी मिलती सी। दुआपर युग विच पांडवां दे बजुर्गां नूं सज़ा मिल गई सी। उन्हां दे मन के अंदर अपनी माता दे दूषण ला लिया सी, तो फिर उन्होंने जिउंदे सड़ना पिया सी। पिपल दी लकड़ी विचों कोर के भी सड़ के मर गए सी। एक सिर्फ मन की माड़ी सोच एक बहुत वड्डी रुकावट है। मन के अंदर माड़ी सोच। मारो निगाह जिन्ने बैठे हो, मैं भी थोड़े विच हाँ। मन की सोच अंदरों जिन्ना चिर बुरा भाव मिटदा नहीं है, परमेश्वर के नेड़े जा ही नहीं सकता। मन अपने ते बुरा मिटाना। मारो निगाह दूए का बुरा सोचण वाले, हरेक बंदे दे अंदर बुरी सोच बनी है। जे असी किसी का बुरा कर नहीं सकते, सोच जरूर बनी है। वो सोच जिन्ना चिर मनुख के अंदर है, उन्ना चिर मनुख पाप कर्म इनू लगेगा लगेगा। पंजवें पातशाह जी ने कहा, मन अपने ते बुरा मिटाना, पेख है सगल सृष्ट साजना, सुख दुख जन सम दृष्टेता, नानक पाप पुन नहीं लेपा। जे 56 करोड़ बंदा मार दिता शराप दे के, वह पाप कोई नहीं है। तो 56 करोड़ नूं रोटी देती तो वह पुन भी कोई नहीं है। वह ना उन्होंने पाप है, ना कोई पुन है। पर एडी बिरती उच्ची होवे तां है। जिहदे अंदरों बुरा पाप खत्म नहीं होया, उन्होंने दो ही चीज़ां लगनियां, पुन भी ते पाप भी। ये खत्म करने वास्ते मन का बुरा भाव पिछलियां जन्मां विच इहदा फल मिलदा सी। हुण तां शरीर का जिहड़ा अंग करेगा उहदा ही फल मिलेगा। इस करके शरीर के अंगां दे जिहड़े कर्म है वो मनुख की मन की सोच मुताबक बनते हैं। एक तो मन करके है, दूजा है बचन करके। मन करके बचन करके, मन बच कर्म प्रभ एक ध्याए, एक हत्थां पैरां करके। एक तो मन करके किसी का बुरा सोचना, तो मन करके सोच रखनी कि ਇਹਦਾ बुरा हो जाए। दूजा वचन करके किसी ਨੂੰ माड़ा वचन बोल देना, ਉਹਦੇ माड़ा वचन बोल के ਉਹਦਾ दिल दुखी कर देना। ਉਹ ਮੋਹਰੇ ਵਾਲੇ ਦਾ दिल दुखी होने नाल एक ਇਹ कर्म बन गया। तो मन करके वचन करके दुआपर युग विच एको ही वचन कीता सी। द्रौपदी ने अन्ने दा अंधा कह दिता। किन्नी दुनिया का लहू डुलिया हिंदुस्तान की धरती ते, एको ही मन का वचन, एको ही वचने कीता। हाले कहंदे खवाड़ी का तलवार का फट तो मिल जाता, वचन कीता होया जीभ का ये नहीं मुड़दा। सब तो शरीर तो एक अंग नरम है, मनुख का जीव है। जीभ ते जख्म हो जाए, सब तो छेती जख्म जीभ का हटदा सारे शरीर नालों। पर जब जीभ किसी दे जख्म कर दिंदी है, ये नहीं हटदा सहजे कीते। ये कई
ਪੀੜ੍ਹੀਆਂ ਤੱਕ ਚਲੇ ਜਾਂਦਾ। ਸਾਡੇ ਬਜ਼ੁਰਗਾਂ ਨੂੰ ਇਹ ਗੱਲ ਇਹਨਾਂ ਨੇ ਕਹੀ ਸੀ, ਇਹ ਸਾਨੂੰ ਮਾਰਿਆ ਸੀ ਤਾਂ ਮਿਹਣਾ ਮਾਰਿਆ ਸੀ। ਇਹ ਜੀਵ ਦਾ ਕੀਤਾ ਜ਼ਖਮ ਨਹੀਂ ਹਟਦਾ। ਇਹਨੂੰ ਕਹਿੰਦੇ ਬਚਨ ਕਰਕੇ। ਕਿਸੇ ਨੂੰ ਮਾੜੇ ਬਚਨ ਕਰਕੇ ਉਹਦਾ ਦਿਲ ਦੁਖੀ ਕਰ ਦੇਣਾ। ਇੱਕ ਹੈ ਹੱਥਾਂ ਪੈਰਾਂ ਕਰਕੇ। ਹੱਥ ਨਾਲ ਕਿਸੇ ਨੇ ਕਿਰਪਾਨ ਮਾਰ ਦੇਣੀ, ਕਿਸੇ ਦੇ ਲੱਤ ਮਾਰ ਦੇਣੀ, ਕਿਸੇ ਨੂੰ ਹੱਥਾਂ ਪੈਰਾਂ ਨਾਲ ਮਾਰ ਕੇ ਉਹਦਾ ਅੰਗ ਤੋੜ ਦੇਣਾ। ਮਨ ਬਚ ਕਰਮ ਪ੍ਰਭ ਏਕ ਧਿਆਏ। ਇਹ ਤਿੰਨੇ ਹੀ ਗੱਲਾਂ ਨੂੰ ਪਰਮੇਸ਼ਰ ਦੇ ਨਾਲ ਜੋੜੇ। ਮਨ ਪਰਮੇਸ਼ਰ ਨਾਲ ਜੋੜੇ, ਜਿਹੜਾ ਜੀਵ ਤੋਂ ਬਚਨ ਹੈ ਪਰਮੇਸ਼ਰ ਦੇ ਬਚਨ ਉਚਾਰੇ, ਹੱਥਾਂ ਪੈਰਾਂ ਨਾਲ ਕਰਮ ਗੁਰੂ ਘਰ ਦੀ ਸੇਵਾ ਕਰੇ। ਮਨ ਬਚ ਕਰਮ ਪ੍ਰਭ ਏਕ ਧਿਆਏ, ਸਰ ਫਲਾ ਸੋਈ ਜਨ ਪਾਏ। ਉਹ ਮਨੁੱਖ ਸਾਰੇ ਫਲਾਂ ਦੀ ਪ੍ਰਾਪਤੀ ਕਰ ਜਾਂਦਾ। ਇਹ ਚੀਜ਼ਾਂ ਦੀ ਪ੍ਰਾਪਤੀ ਕਰਨ ਵਾਸਤੇ ਕਿੱਥੋਂ ਮਿਲੂਗਾ ਸਮਾਨ? ਜਦ ਕੋਈ ਜ਼ਿਆਦਾ ਐਡਵਰਟਾਈਜ਼ਮੈਂਟ ਕਰਦਾ ਸਮਾਨ ਵੇਚਣ ਵਾਸਤੇ, ਬੜੇ ਬੜੇ ਇਸ਼ਤਿਹਾਰ ਬਾਜ਼ਾਰਾਂ ਵਿੱਚ ਲੱਗੇ ਹੁੰਦੇ ਆ, ਉੱਥੇ ਨਿਸ਼ਾਨੀ ਬਾਈ ਹੁੰਦੀ ਕਿ ਇਹ ਸਮਾਨ ਇਸ ਪਾਸੇ ਤੋਂ ਮਿਲਣਾ। ਉੱਥੇ ਤੀਰ ਦਾ ਨਿਸ਼ਾਨ ਲਾ ਦਿੰਦੇ ਜਾਂ ਜਗ੍ਹਾ ਲਿਖ ਦਿੰਦੇ ਫਲਾਨੀ ਜਗ੍ਹਾ ਤੋਂ ਇਹ ਚੀਜ਼ ਮਿਲ ਜੂਗੀ। ਇਹ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਵੀ ਜੇ ਇਹ ਚੀਜ਼ ਲੈਣੀ ਤੁਸੀਂ ਕਿੱਥੋਂ ਮਿਲ ਜੂਗੀ। ਇੱਕ ਚੀਜ਼ ਹੈ ਵੀ ਫਲਾਨੀ ਜਗ੍ਹਾ ਤੋਂ ਸੌਖੀ ਮਿਲ ਜਾਣੀ। ਇੱਕ ਪਾਸਾ ਔਖਾ ਹੈ, ਇੱਕ ਪਾਸਾ ਪਹਾੜੀ ਚੜ੍ਹ ਕੇ ਜਾਣਾ ਪਊਗਾ, ਇੱਕ ਪਾਸੇ ਸੌਖਾ ਹੈ। ਸੌਖਾ ਉਹ ਦੱਸੂਗਾ ਜਿਹਨੇ ਉੱਥੇ ਚੱਕੀ ਹੋਊਗੀ ਚੀਜ਼, ਉਹੀ ਦੱਸੂਗਾ। ਵੇਦਾਂ ਸ਼ਾਸਤਰਾਂ ਗ੍ਰੰਥਾਂ ਵਿੱਚ ਮਹਾਤਮਾ ਲੋਕਾਂ ਨੇ ਜਿੱਥੋਂ ਜਿੱਥੋਂ ਉਹਨਾਂ ਨੂੰ ਪ੍ਰਾਪਤੀ ਹੋਈ ਨੇ ਦੱਸ ਦਿੱਤਾ ਵੀ ਇਹ ਫਲਾਨੀ ਜਗ੍ਹਾ ਤੋਂ ਮਿਲ ਜੂਗੀ। ਇਹ ਤਾਂ ਫਿਰ ਸਭ ਤੋਂ ਸੌਖੀ ਚੀਜ਼ ਦੱਸੀ ਆ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਜੇ ਤੁਹਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਤੁਸੀਂ ਆਪਣੀ ਮਨ ਬਿਰਤੀ ਨੂੰ ਸ਼ੁੱਧ ਕਰਨਾ ਚਾਹੁੰਦੇ ਆ, ਮਨ ਦੀ ਬਿਰਤੀ ਜਾਂ ਅੰਗਾਂ ਦੀ ਜੋ ਕਰਮ ਹੈ ਉਹਨਾਂ ਨੂੰ ਸੁਧਾਰਨਾ ਚਾਹੁੰਦੇ ਆ, ਤਾਂ ਇੱਕ ਕਰਮ ਕਰੋ। ਮਾਘ ਦੇ ਮਹੀਨੇ ਦਾ ਇਸ਼ਨਾਨ ਹਿੰਦੂ ਧਰਮ ਦੇ ਅੰਦਰ ਬੜੀ ਮਹਾਨਤਾ ਗਿਣੀ ਆ। ਅੱਜ ਹਿੰਦੂ ਧਰਮ ਦੇ ਜਿੰਨੇ ਵੀ ਤਕਰੀਬਨ ਅਸਥਾਨ ਹੈ ਉੱਥੇ ਵੀ ਬਹੁਤ ਵੱਡੀ ਭੀੜ ਹੈ। ਸਿੱਖ ਧਰਮ ਦੇ ਅੰਦਰ ਵੀ ਬੜੀ ਮਹਾਨਤਾ ਹੈ ਮਾਘੀ ਦੀ। ਤਾਂ ਇਹਦਾ ਗੁਰੂ ਅਰਜਨ ਦੇਵ ਮਹਾਰਾਜ ਇਹ ਬਚਨ ਲਿਖਿਆ, ਜੇ ਇੱਥੇ ਤੱਕ ਤੁਸੀਂ ਪਹੁੰਚਣਾ ਤਾਂ ਇੱਕ ਸੌਖੀ ਗੱਲ ਹੈ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਜੇ ਤੁਸੀਂ ਉੱਥੇ ਤੱਕ ਪਹੁੰਚਣਾ ਚਾਹੁੰਦੇ ਆ, ਰੱਬ ਦੇ ਨਾਲ ਮਿਲੀਆਂ ਹੋਈਆਂ ਆਤਮਾ, ਜਿਹੜੀਆਂ ਸੱਚੀਆਂ ਸੁੱਚੀਆਂ ਪਰਮੇਸ਼ਰ ਨਾਲ ਮਿਲੀਆਂ ਹੋਈਆਂ ਆਤਮਾ, ਉਹਨਾਂ ਦੀ ਸੰਗਤ ਤੁਹਾਨੂੰ ਛੇਤੀ ਨੇੜੇ ਲੈ ਜਾਊਗੀ। ਜਿੱਦਾਂ ਇੱਕ ਮਨੁੱਖ ਹੈ, ਉਹ ਕਾਰੀਗਰ ਹੈ, ਜਾਣਕੀਰ ਹੈ, ਉਹਦੇ ਕੋਲ ਜਾ ਕੇ ਤੁਹਾਨੂੰ ਛੇਤੀ ਪਤਾ ਲੱਗ ਜੂਗਾ। ਇੱਕ ਅਣਜਾਣ ਹੈ, ਅਣਜਾਣ ਦੂਜੇ ਨੂੰ ਦੱਸਣ ਦਾ ਸਮਰੱਥ ਨਹੀਂ ਹੁੰਦਾ। ਇੱਕ ਜਾਣਕੀਰ ਹੈ, ਉਹਨੇ ਚੀਜ਼ ਪ੍ਰਾਪਤ ਕੀਤੀ ਹੈ, ਉਹ ਦੱਸ ਦਿੰਦਾ ਵੀ ਕਿੱਥੋਂ ਮਿਲੀ ਆ, ਉਹ ਕਿੱਦਾਂ ਮਿਲੀ ਹੈ, ਮੈਨੂੰ ਕੀ ਖਰਚਣਾ ਪਿਆ, ਕਿੰਨੇ ਪੈਸੇ ਮੇਰੇ ਲੱਗੇ, ਮੈਨੂੰ ਕੀ ਕੁਛ ਕਰਨਾ ਪਿਆ ਇੱਥੇ ਤੱਕ ਪਹੁੰਚਣ ਵਾਸਤੇ। ਉਹ ਫਿਰ ਉਹਨਾਂ ਨੂੰ ਕਹਿੰਦੇ ਸੰਤ ਮਹਾਤਮਾ ਸਾਧੂ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ। ਮਨ ਸਾਧ ਲਿਆ, ਮਨ ਸਾਧ ਲਿਆ, ਅੱਖਾਂ ਸਾਧੀਆਂ ਗਈਆਂ, ਹੱਥ ਪੈਰ ਸਾਧੇ ਗਏ, ਸਾਰੇ ਅੰਗਾਂ 'ਤੇ ਅਸਰ ਉਹਦਾ ਪੈ ਗਿਆ। ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਮਹੀਨੇ ਵਿੱਚ ਬਹੁਤ ਵੱਡਾ ਮਹਾਤਮ ਹੈ। ਆਮ ਤੌਰ 'ਤੇ ਤਾਂ ਅੱਜ ਦੁਨੀਆ ਨਿਸ਼ਰਦਕ ਜ਼ਿਆਦਾ ਹੋ ਗਈ ਹੈ ਸਾਧੂ ਮਹਾਤਮਾ ਤੋਂ। ਮਨ ਦੀਆਂ ਬਿਰਤੀਆਂ ਮਲੀਨ ਹੋ ਗਈਆਂ, ਮਿਰਤੀਆਂ ਮਲੀਨ ਹੋ ਗਏ। ਇਹ ਨਹੀਂ ਵੀ ਕਿਸੇ ਦੀ ਅੱਖ ਦੇ ਮੂਹਰੇ ਹਰੀ ਐਨਕ ਲੱਗ ਗਈ ਤਾਂ ਸਾਰਾ ਮੂਹਰੇ ਹਰਾ ਹੀ ਦਿਸਣ ਲੱਗ ਗਿਆ। ਕਿਸੇ ਦੇ ਹਰੀ ਐਨਕ ਲਾ ਦਿਓ ਪਸ਼ੂ ਦੇ, ਉਹ ਪੱਠੇ ਹਰੇ ਨਹੀਂ ਬਣ ਜਾਂਦੇ। ਲਾਲ ਐਨਕਾਂ ਲਾ ਕੇ ਮੂਹਰੇ ਸਾਰਾ ਲਾਲ ਦਿਸਣ ਲੱਗ ਜਾਂਦਾ। ਜ਼ਰੂਰੀ ਨਹੀਂ ਵੀ ਮੂਹਰੇ ਲਾਲ ਹੀ ਹੋਵੇ। ਅੱਖ ਦੇ ਸ਼ੀਸ਼ੇ ਦਾ ਰੰਗ ਬਦਲ ਗਿਆ। ਸਾਡੇ ਅੱਖਾਂ ਦੇ ਸ਼ੀਸ਼ੇ ਦਾ ਹੀ ਰੰਗ ਬਦਲ ਗਿਆ, ਜਿਹੜਾ ਸਾਨੂੰ ਮਹਾਤਮਾ ਵੀ ਆਪਣੇ ਵਰਗੇ ਦਿਸਣ ਲੱਗ ਗਏ। ਆਪਣੇ ਵਰਗੇ ਦਿਸ ਜਾਣ ਤਾਂ ਵੀ ਚੰਗੀ ਗੱਲ ਹੈ, ਤਾਂ ਆਪਣੇ ਨਾਲ ਵੀ ਡਾਉਣ ਦੇਖਣ ਲੱਗ ਗਏ। ਸਾਧੂ ਮਹਾਤਮਾ ਨੂੰ ਉਹਨਾਂ ਦੀ ਆਮ ਲੋਕਾਂ ਦਾ ਖਿਆਲ ਹੋ ਗਿਆ ਕਿ ਇਹ ਰੋਟੀ ਪਾਣੀ ਖਾਣ ਵਾਲੇ ਹੀ ਆ, ਇਹ ਅਸੀਂ ਤਾਂ ਆਪਣਾ ਕਮਾ ਕੇ ਖਾਂਦੇ, ਲੋਕਾਂ ਦਾ ਖਾਂਦੇ ਆ। ਇੱਥੇ ਤੱਕ ਬਿਰਤੀ ਆਮ ਲੋਕਾਂ ਦੀ ਸੋਚ ਹੋ ਗਈ ਆ।
ਜਿਨ੍ਹਾਂ ਦੀ ਸੋਚ ਉੱਚੀ ਹੈ, ਜਿਨ੍ਹਾਂ ਦੀ ਅੱਖਾਂ ਦਾ ਚਸ਼ਮਾ ਸਹੀ ਹੈ, ਜਿਨ੍ਹਾਂ ਨੂੰ ਦਿਸਦਾ ਮੇਰੇ ਤੋਂ ਉੱਚੇ ਹੈ, ਉਹਨਾਂ ਦੀਆਂ ਅੱਖਾਂ ਦਾ ਸ਼ੀਸ਼ਾ ਸਹੀ ਹੈ। ਜਿਹਦੀਆਂ ਅੱਖਾਂ ਦੇ ਵਿੱਚ ਮਲੀਨਤਾ ਹੀ ਆ ਗਈ ਆ, ਉਹਦੇ ਉੱਤੇ ਝੌਲਾ ਕੁਛ ਝਰੀਟਾਂ ਪੈ ਗਈਆਂ। ਉਹ ਜ਼ਰੂਰੀ ਨਹੀਂ ਵੀ ਮੋਹਰੇ ਵਾਲੀ ਚੀਜ਼ 'ਤੇ ਝਰੀਟਾਂ ਤਾਂ ਉਹਦੀ ਅੱਖ 'ਤੇ ਪਈਆਂ ਹੋਈਆਂ। ਇਸ ਕਰਕੇ ਮਹਾਤਮਾ ਲੋਕ ਉਹ ਹੈ ਜਿਹੜੇ ਬੰਦਗੀਵਾਨ ਪੁਰਖ ਹੈ। ਬੰਦਗੀਵਾਨ ਪੁਰਖ ਰੌਲੀ ਨਹੀਂ ਪਾ ਕੇ ਦੱਸਦਾ। ਬੰਦਗੀਵਾਨ ਪੁਰਖ ਦੁਨੀਆ ਵਿੱਚ ਆਪਣੀ ਐਡਵਰਟਾਈਜ਼ਮੈਂਟ ਨਹੀਂ ਕਰਦਾ। ਉਹਦੇ ਕਰਮਾਂ ਨੂੰ ਦੇਖ ਕੇ ਦੁਨੀਆ ਹਿਸਾਬ ਲਾ ਲੈਂਦੀ ਹੈ ਕਿ ਸ਼ੁਭ ਕਰਮਾਂ ਵਾਲਾ ਪੁਰਖ ਹੈ, ਇਹ ਰੱਬ ਦੇ ਨਾਲ ਜੁੜੀ ਹੋਈ ਆਤਮਾ ਹੈ। ਉਹਦੀ ਨਿਸ਼ਾਨੀ ਦਿਸ ਜਾਂਦੀ ਹੈ। ਕਿਸੇ ਦਾ ਹੱਕ ਨਹੀਂ ਖਾਣਾ, ਕਿਸੇ ਨੂੰ ਮਾੜਾ ਬਚਨ ਨਹੀਂ ਬੋਲਣਾ, ਪਰਮੇਸ਼ਰ ਦਾ ਸਿਮਰਨ ਕਰਨਾ, ਆਪਣੀ ਕਮਾਈ ਕਰਕੇ ਖਾਣੀ, ਵਿਹਲਾ ਨਹੀਂ ਬਹਿਣਾ। ਬਹੁਤ ਕਰਮ ਨੇ ਜਿਹੜੇ ਸਾਧੂਆਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਆ। ਉਹਨਾਂ ਮਹਾਤਮਾ ਲੋਕਾਂ ਦੀ ਆਪਣੇ ਤੋਂ ਵੱਡੇ ਜਾਣ ਕੇ ਉਹਨਾਂ ਦੀ ਸੇਵਾ ਕਰਨੀ, ਉਹਨਾਂ ਕੋਲੋਂ ਕੁਛ ਨਾ ਕੁਛ ਜ਼ਰੂਰ ਪ੍ਰਾਪਤ ਹੋ ਜਾਂਦਾ। ਤੁਸੀਂ ਖੇਤੀ ਕਰ ਲਓ। ਬਹੁਤ ਲੋਕਾਂ ਨੇ ਫਸਲਾਂ ਬੀਜੀਆਂ, ਕਿਸੇ ਦੀ ਕਣਕ ਮਰ ਗਈ ਆ, ਕਿਸੇ ਦੀ ਕੋਈ ਫਸਲ ਪਾਣੀ ਖੜ੍ਹੇ ਹੋ ਕੇ ਮਰ ਗਈ ਆ। ਮਿਹਨਤ ਕੀਤੀ ਐਵੇਂ ਹੀ ਚਲੀ ਗਈ। ਹੱਟੀ ਕਰ ਲਓ। ਕਈ ਵਾਰੀ ਦੁਕਾਨਦਾਰ ਬੰਦਾ ਹੱਟੀ ਘਾਟਾ ਦਿਖਾਲ ਜਾਂਦੀ ਆ, ਆਧਾਰ ਚੜ੍ਹ ਜਾਂਦਾ, ਨਿਸਫਲ ਚਲੇ ਜਾਂਦੀ ਆ। ਦੁਨੀਆ ਵਿੱਚ ਇੱਕੋ ਹੀ ਚੀਜ਼ ਹੈ ਜਿਹੜੀ ਨਿਸਫਲ ਨਹੀਂ ਜਾਂਦੀ। ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਲਿਖਿਆ, ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਬਿਰਥਾ ਜਾਵੇ। ਨਹੀਂ ਬਿਰਥੀ ਜਾਂਦੀ ਤਾਂ ਸਾਧੂ ਦੀ ਸੰਗਤ ਬਿਰਥੀ ਨਹੀਂ ਜਾਂਦੀ। ਦੁਨੀਆ ਵਿੱਚ ਕਿਸੇ ਵੀ ਸੰਤ ਮਹਾਤਮਾ ਦੀ ਸੰਗਤ ਕਰ ਲਓ, ਬਿਰਥੀ ਨਹੀਂ ਜਾਂਦੀ। ਗਨਕਾ ਨੂੰ ਥੋੜ੍ਹਾ ਚਿਰ ਸੰਗਤ ਹੋਈ, ਬਿਰਥੀ ਨਹੀਂ ਗਈ। ਗਨਕਾ ਸੱਚਖੰਡ ਨੂੰ ਚਲੀ ਗਈ। ਅਜਾਮਲ ਨੂੰ ਥੋੜ੍ਹਾ ਚਿਰ ਸੰਗਤ ਹੋਈ। ਬਥੇਰੇ ਬੰਦੇ ਦੁਨੀਆ 'ਚ ਮਿਲੇ ਹੋਣੇ ਅਜਾਮਲ ਨੂੰ, ਉਹਨੂੰ ਸਾਧੂ ਦੀ ਸੰਗਤ ਥੋੜ੍ਹਾ ਕੁ ਚਿਰ ਹੋਈ। ਅਜਾਮਲ ਸੱਚਖੰਡ ਨੂੰ ਚਲੇ ਗਿਆ। ਨਹੀਂ ਬਿਰਥੀ ਜਾਂਦੀ ਤਾਂ ਇੱਕੋ ਹੀ ਚੀਜ਼ ਨਹੀਂ ਜਾਂਦੀ, ਬਾਕੀ ਸਾਰੀਆਂ ਚੱਲ ਜਾਂਦੀਆਂ। ਰਿਸ਼ਤੇਦਾਰ ਅਮੀਰ ਹੋਵੇ, ਕਿਸੇ ਨਾਲ ਮਾੜੀ ਮੋਟੀ ਬਣੀ ਹੋਵੇ, ਮਦਦ ਕਰ ਦੂਗਾ। ਜਦ ਵਿਗੜ ਜਾਂਦੀ ਉਹੀ ਮਿਹਣਾ ਮਾਰਨ ਲੱਗ ਜਾਂਦਾ। ਨਹੀਂ ਮਿਹਣਾ ਮਾਰਦਾ, ਸੰਤ ਮਹਾਤਮਾ ਨਹੀਂ ਕਹਿੰਦੇ ਕੁਛ ਵੀ। ਜਿੰਨਾ ਚਿਰ ਸੰਤ ਦੀ ਸੰਗਤ ਕੀਤੀ, ਲਾਭ ਹੀ ਲਾਭ ਹੈ। ਤਾਂ ਸਤਿਗੁਰੂ ਜੀ ਨੇ ਬਾਣੀ ਵਿੱਚ ਬੜੇ ਪ੍ਰਮਾਣ ਦਿੱਤੇ ਹੈ। ਜੇ ਸਾਧੂ ਦੀ ਸੰਗਤ ਬਿਰਥੀ ਨਹੀਂ ਜਾਣੀ, ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਬਿਰਥਾ ਜਾਵੇ। ਨਹੀਂ ਬਿਰਥੀ ਜਾਊਗੀ ਤਾਂ ਸਾਧੂ ਦੀ ਸੰਗਤ ਨਹੀਂ ਬਿਰਥੀ ਜਾਊਗੀ। ਉਹ ਸਾਧੂ ਦੇ ਗੁਣ ਦੱਸੇ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ। ਸਾਧ ਕੇ ਸੰਗ ਮੁਖ ਉਜਲ ਹੋਤ। ਸਾਧੂ ਦੀ ਸੰਗਤ ਕਰੋਗੇ, ਦਰਗਾਹ ਵਿੱਚ ਤੁਹਾਡਾ ਸਤਿਕਾਰ ਹੋਊਗਾ। ਸਾਧ ਸੰਗ ਮਲ ਸਗਲੀ ਖੋਤ। ਦਿਨੋਂ ਦਿਨ ਮਨ ਦੀ ਸ਼ੁੱਧਤਾ ਵੱਧਦੀ ਜਾਊਗੀ, ਮਲੀਨਤਾ ਹੀ ਖਤਮ ਹੁੰਦੀ ਜਾਊਗੀ। ਸਾਧ ਸੰਗ ਮਿਟੇ ਅਭਿਮਾਨ। ਮਨੁੱਖ ਦੀ ਮਨ ਦੀ ਨਿਮਰਤਾ ਵੱਧਦੀ ਚਲੀ ਜਾਂਦੀ ਹੈ। ਸਾਧ ਕੇ ਸੰਗ ਪ੍ਰਗਟੇ ਸੋ ਗਿਆਨ। ਜਿਹੜਾ ਅੰਦਰ ਗਿਆਨ 'ਤੇ ਪਰਦਾ ਪਿਆ ਹੋਇਆ, ਹੌਲੀ ਹੌਲੀ ਪਰਦਾ ਚੱਕ ਹੋ ਜਾਂਦਾ। ਗਿਆਨ ਅੰਦਰੋਂ ਹੀ ਪੈਦਾ ਹੋਣ ਲੱਗ ਜਾਂਦਾ। ਗਿਆਨ ਬਾਹਰੋਂ ਗ੍ਰੰਥਾਂ 'ਚੋਂ ਪੜ੍ਹ ਕੇ ਨਹੀਂ ਮਿਲਦਾ। ਮਤ ਕੋਈ ਕਹੇ ਗ੍ਰੰਥਾਂ ਨੂੰ ਪੜ੍ਹ ਕੇ ਕਥਾ ਹੁੰਦੀ ਹੈ। ਗਿਆਨ ਅੰਦਰੋਂ ਹੀ ਪੈਦਾ ਹੁੰਦਾ। ਉਹਨੂੰ ਕਹਿੰਦੇ ਤੱਤ ਗਿਆਨ। ਕੁਛ ਬੀਜ ਧਰਤੀ 'ਚ ਪਏ ਹੁੰਦੇ ਆ, ਜਿੰਨਾ ਚਿਰ ਉਹਨੂੰ ਪਾਣੀ ਨਹੀਂ ਮਿਲਦਾ ਜੰਮਦੇ ਨਹੀਂ ਆ। ਇਸੇ ਤਰ੍ਹਾਂ ਕੁਛ ਗਿਆਨ ਦੇ ਬੀਜ ਅੰਦਰ ਮਨੁੱਖ ਦੇ ਅੰਦਰ ਹੈ, ਜਿੰਨਾ ਚਿਰ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਉਹ ਜੰਮਦੇ ਨਹੀਂ ਆ। ਉਹ ਜਦੋਂ ਮਹਾਤਮਾ ਪੁਰਸ਼ਾਂ ਦੀ ਸੰਗਤ ਮਿਲਦੀ ਹੈ, ਬਰਾਗਮਈ ਦਸ਼ਾ ਬਣਦੀ ਹੈ, ਪਾਣੀ ਮਿਲਦਾ, ਉਹ ਤੱਤ ਗਿਆਨ ਅੰਦਰੋਂ ਪੈਦਾ ਹੋ ਜਾਂਦਾ। ਉਹੀ ਮਨੁੱਖ ਸਾਧੂਆਂ ਦੀ ਸੰਗਤ ਕਰਕੇ ਅੱਗੇ ਲੋਕਾਂ ਨੂੰ ਗਿਆਨ ਦੇਣ ਲੱਗ ਜਾਂਦਾ। ਧਰੂ ਵਰਗਿਆਂ ਨੂੰ ਨਾਰਦ ਜੀ ਦਾ ਗਿਆਨ ਅੱਜ ਤੱਕ ਦੁਨੀਆ ਧਰੂ ਨੂੰ ਜਾਣਦੀ ਆ। ਹੋਰ ਵੀ ਅਨੇਕਾਂ ਤੁਸੀਂ ਦੇਖੋ ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਕੀਤੀ, ਬਿਰਥੀ ਨਹੀਂ ਗਈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਉਪਦੇਸ਼ ਬਖਸ਼ਿਆ ਹੈ, ਮਾਘ ਮੱਜਨ ਸੰਗ ਸਾਧੂਆਂ। ਜੇ ਇਸ਼ਨਾਨ ਕਰਨਾ ਚਾਹੁੰਦੇ ਹਾਂ ਭਾਈ, ਮਨ ਦਾ ਇਸ਼ਨਾਨ ਕਰੋ। ਤਨ ਦਾ ਇਸ਼ਨਾਨ ਤਾਂ ਬਹੁਤਿਆਂ ਨੇ ਸਰੋਵਰ ਵਿੱਚ ਕਰ ਲਿਆ। ਤਨ ਨੇ ਤਾਂ ਸਰੀਰ ਦੇ ਅੰਗਾਂ ਦੀ ਮੈਲ ਤਾਂ ਲਾਹ ਦਿੱਤੀ,
पर जिन्ना चिर अंदरों अखां दे विचों मैल नहीं लਹਿੰਦੀ, मन दे विचों मैल नहीं लਹਿੰਦੀ, ਤਾਂ तन ਇਹ ਇਸ਼ਨਾਨ ਦਾ ਫਾਇਦਾ ਕੋਈ ਨਹੀਂ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਧੂਆਂ ਦੀ ਸੰਗਤ ਕਰੋ ਭਾਈ, ਸਭ ਤੋਂ ਸ੍ਰੇਸ਼ਟ ਸਾਧੂ ਦੀ ਸੰਗਤ ਦਾ ਇਸ਼ਨਾਨ ਹੈ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਧੂੜੀ ਦਾ ਮਤਲਬ ਤਾਂ ਦੱਸਿਆ ਵੀ ਜਦੋਂ ਨੂੰ ਸਾਧੂ ਜਾਂਦਾ ਹੈ, ਧੂੜੀ ਪੈਰ ਦੇ ਨਾਲ ਜਦੋਂ ਮੇੜੀ ਮਿੱਟੀ ਉੱਡਦੀ ਉਹਨੂੰ ਕਹਿੰਦੇ ਧੂੜੀ। ਕਿਉਂਕਿ ਹੋਰ ਤਾਂ ਅੰਗ ਸਰੀਰ ਦਾ ਧਰਤੀ 'ਤੇ ਲੱਗਦਾ ਨਹੀਂ, ਧਰਤੀ 'ਤੇ ਲੱਗਦੇ ਪੈਰ। ਪੈਰਾਂ ਨੇ ਜੇ ਧਰਤੀ 'ਤੇ ਲੱਗਣਾ ਉਹਨੂੰ ਮਿੱਟੀ ਉੜਨੀ ਹੈ। ਉਹ ਮਿੱਟੀ ਜਿਹੜਾ ਮਗਰ ਆਉਂਦਾ ਉਹਦੇ ਉੱਤੇ ਪੈਂਦੀ ਆ, ਉਹ ਮਿੱਟੀ ਨਿਰਮਲ ਹੈ। ਇਸ ਤਰ੍ਹਾਂ ਸਾਧੂ ਦੇ ਮਗਰ ਜਾਣ ਨਾਲ ਨਿਰਮਲਤਾ ਹੀ ਵੱਧਦੀ ਹੈ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਫਿਰ ਕੀ ਮਿਲੂਗਾ ਇਸ਼ਨਾਨ ਦੇ ਨਾਲ? ਮਿਲੂਗਾ ਕੀ? ਜੇ ਕੋਈ ਬੰਦਾ ਕਹੇ ਵੀ ਮਗਰ ਮਗਰ ਸੰਤਾਂ ਨੇ ਤੁਰ ਪਿਆ, ਮਿਲੂਗਾ ਕੀ? ਨਾਲੇ ਲਿਖ ਦਿੱਤਾ, ਹਰ ਕਾ ਨਾਮ ਧਿਆਏ ਸੁਣ। ਜਿਹੜਾ ਮਨ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਨਹੀਂ ਸੀ, ਉਹ ਮਨ ਤਿਆਰ ਹੋ ਜਾਊਗਾ ਵੀ ਮੈਂ ਵੀ ਨਾਮ ਜਪਿਆ ਕਰਾਂ। ਹਰ ਕਾ ਨਾਮ ਧਿਆਏ ਸੁਣ। ਇੱਕ ਸੁਣਨ ਦੀ ਸਮਰੱਥਾ, ਇੱਕ ਧਿਆਉਣ ਦੀ। ਇਹ ਦੋਏ ਸਮਰੱਥਾ ਸਾਰਿਆਂ ਨੂੰ ਨਹੀਂ ਪ੍ਰਾਪਤ ਹੁੰਦੀਆਂ। ਕਈ ਸੁਣਾ ਜਾਂਦੇ ਆ, ਸੁਣਦੇ ਨਹੀਂ ਆ। ਰਾਗੀ ਢਾਡੀ ਕਬੀਸ਼ਰ ਕਥਾਵਾਚਕ ਆਪਣੀ ਗੱਲ ਸੁਣਾ ਕੇ ਚੱਲ ਜਾਂਦੇ ਆ, ਦੂਏ ਦੀ ਸੁਣ ਕੇ ਰਾਜੀ ਨਹੀਂ ਆ। ਇੱਕ ਹੋਰ ਵੀ ਤੁਹਾਨੂੰ ਦੱਸ, ਜਿਹੜਾ ਦੂਜੇ ਦੀ ਨਹੀਂ ਸੁਣਦਾ ਤਾਂ ਸੁਣਦਾ ਉਹਦੀ ਵੀ ਕੋਈ ਨਹੀਂ ਆ। ਇਹ ਦੋਏ ਸਮਰੱਥਾ ਧਿਆਉਣਾ ਅਤੇ ਸੁਣਨਾ ਜਿਨ੍ਹਾਂ 'ਤੇ ਕਿਰਪਾ ਹੁੰਦੀ ਉਹਨਾਂ ਕੋਲ ਹੁੰਦੀਆਂ। ਜਿਹਦੇ ਕੋਲ ਸਾਧੂ ਦੀ ਬਖਸ਼ਿਸ਼ ਹੈ ਉਹਦੇ ਕੋਲ ਦੋਏ ਆ ਜਾਂਦੀਆਂ। ਇਹ ਹਰੀ ਪਰਮੇਸ਼ਰ ਦਾ ਨਾਮ ਧਿਆਉਣ ਦਾ ਪਤਾ ਲੱਗ ਜਾਂਦਾ ਅਤੇ ਸੁਣਨ ਦਾ ਪਤਾ ਲੱਗ ਜਾਂਦਾ ਵੀ ਸੁਣੋ ਭਈ ਕੀ ਕਹਿੰਦਾ ਮੋਹਰੇ ਵਾਲਾ, ਗੁਰਬਾਣੀ ਪੜ੍ਹਨੇ ਵਾਲਾ ਕੀ ਬੋਲਦਾ। ਸਭਨਾਂ ਨੂੰ ਕਰ ਦਾਨ। ਦਾਨ ਉਹੀ ਕਰਦਾ ਜਿਹਦੇ ਕੋਲ ਵਾਧੂ ਚੀਜ਼ ਹੋਵੇ। ਜਿਹਦੇ ਕੋਲ ਵਾਧੂ ਨਾ ਹੋਵੇ ਉਹ ਦਾਨ ਨਹੀਂ ਕਦੀ ਕਰਦਾ। ਦਾਨ ਉਹਨਾਂ ਪੁਰਸ਼ਾਂ ਕੋਲ ਜਿਨ੍ਹਾਂ ਕੋਲ ਚੀਜ਼ ਵੱਧ ਜਾਂਦੀ ਆ, ਉਹ ਫਿਰ ਲੋਕਾਂ ਨੂੰ ਦੇਣ ਲੱਗ ਜਾਂਦੇ। ਭਾਈ ਇਹ ਕੰਮ ਕਰਿਆ ਕਰੋ, ਇਹ ਕਰਮ ਕਰਿਆ ਕਰੋ, ਤਾਂ ਤੁਸੀਂ ਦਰਗਾਹ ਵਿੱਚ ਮਾਣ ਪਾਓਗੇ। ਦਰਗਾਹ 'ਚ ਤਾਂ ਮਾਣ ਪਾਓਗੇ, ਦੁਨੀਆ ਵਿੱਚ ਵੀ। ਇੱਥੇ ਮਿਲਣ ਵਡਿਆਈਆਂ, ਦਰਗਾਹ ਮੁੱਖ ਦੁਆਰ ਆ। ਇੱਥੇ ਦੁਨੀਆ ਉਹਨਾਂ ਨੂੰ ਸਤਿਕਾਰ ਦਿੰਦੀ ਆ, ਸਾਧੂ ਮਹਾਤਮਾ ਨੂੰ, ਨਾਮ ਜਪਣ ਵਾਲਿਆਂ ਨੂੰ ਸਤਿਕਾਰ ਦਿੰਦੀ ਆ ਦੁਨੀਆ। ਅਤੇ ਦਰਗਾਹ ਵਿੱਚ ਵੀ ਮੁੱਖ ਉਜਲੇ ਉਹਨਾਂ ਨੂੰ ਸਤਿਕਾਰ ਮਿਲਦਾ। ਉਹਨਾਂ ਨੂੰ ਫਿਰ ਮਹਾਤਮਾ ਦੱਸਦੇ ਆ ਵੀ ਤੈਨੂੰ ਇਹ ਚੀਜ਼ ਮਿਲ ਜੂਗੀ, ਹਰ ਕਾ ਨਾਮ ਧਿਆਏ ਸੁਣ। ਸਭਨਾਂ ਨੂੰ ਕਰ ਦਾਨ। ਦਾਨ ਕਰਨ ਦੀ ਸਮਰੱਥਾ ਬਣ ਜਾਂਦੀ ਹੈ। ਉਹਦੇ ਕੋਲ ਸਮਾਨ ਵਾਧੂ ਹੋ ਜਾਂਦਾ, ਉਹ ਦੇ ਵੀ ਦੇਵੇ ਥੋੜ੍ਹਾ ਬਹੁਤਾ। ਜਿੱਦਾਂ ਕਿਸੇ ਨੂੰ ਕੋਈ ਚੀਜ਼ ਲਾਉਣੀ ਹੋਵੇ, ਕਿਸੇ ਨੂੰ ਫੀਮ ਲਾਉਣੀ ਆ, ਥੋੜ੍ਹੀ ਥੋੜ੍ਹੀ ਕੋਲੋਂ ਦੇਣ ਲੱਗ ਜਾਂਦੇ ਆ। ਜਦੋਂ ਕੋਲੋਂ ਦੇਣ ਲੱਗ ਜਾਂਦੇ ਫੀਮ, ਉਹਨੂੰ ਫਿਰ ਹੌਲੀ ਹੌਲੀ ਲੱਗ ਜਾਂਦੀ ਆ। ਉਹ ਫਿਰ ਸਰੀਰ ਉਹਦਾ ਟੁੱਟਣ ਲੱਗ ਜਾਂਦਾ ਜਦੋਂ ਨਹੀਂ ਫੀਮ ਮਿਲਦੀ। ਫਿਰ ਉਹ ਕਹਿੰਦੇ ਵੀ ਹੁਣ ਮੁੱਲ ਲਿਆ। ਉਹ ਮਹਾਤਮਾ ਲੋਕਾਂ ਕੋਲ ਥੋੜ੍ਹੀ ਥੋੜ੍ਹੀ ਜਦੋਂ ਕਿਸੇ ਨੂੰ ਲਾਉਣੀ ਹੁੰਦੀ ਤਾਂ ਫਿਰ ਉਹ ਦਿੰਦੇ ਆ ਕੋਲੋਂ। ਉਹ ਦਾਨ ਹੁੰਦਾ। ਉਹ ਦਾਨ ਉਹ ਹੁੰਦਾ ਜਿਹਦਾ ਕੋਈ ਪੈਸਾ ਨਹੀਂ ਲਿਆ ਜਾਂਦਾ। ਜਿਹਦਾ ਦੁਕਾਨ 'ਤੇ ਜਾ ਕੇ ਆ ਵੀ ਫੜੋ, ਬੀਬੀਆਂ ਬੱਚਿਆਂ ਨੂੰ ਖੁੱਲ੍ਹਾ ਛੱਡ ਕੇ ਫਿਰ ਦੇਖਦੀਆਂ ਤੁਸੀਂ ਆਲਾ ਦੁਆਲਾ ਉਹਨਾਂ ਨੂੰ, ਕਿਉਂ ਪਾਪ ਕਰਮ ਵਾਲੇ ਪਾਸੇ ਨੂੰ ਤੁਰਦੀਆਂ। ਉਹ ਇਹੋ ਜਿਹੇ ਕਲਯੁਗੀ ਬੱਚੇ ਅੰਦਰ ਵੜੀ ਦੇ ਨਹੀਂ ਹੈ। ਦੂਜਿਆਂ ਧਰਮਾਂ ਤੋਂ ਸਿਕਸ਼ਾ ਲੈ ਲਓ। ਰਾਧਾ ਸਵਾਮੀ ਤਾਂ ਬੰਥ ਅੰਦਰ ਚੱਲ ਜਾਓ, ਬੰਦੇ ਖੜ੍ਹੇ ਆ ਉਸ ਵੇਲੇ ਬੰਦਾ ਠਾਲ ਦਿੰਦੇ ਹੋ ਜੇ ਮਾੜਾ ਮੋਟਾ ਗੱਲ ਕਰਦਾ ਹੋਵੇ। ਇੱਥੇ ਸਾਡੇ ਸਿੱਖ ਧਰਮ ਦੇ ਅੰਦਰ ਖੁੱਲ੍ਹੇ ਨਿਆਣਿਆਂ ਨੂੰ ਛੱਡ ਕੇ ਫਿਰ ਦੇਖਦੀਆਂ ਤਾਂ ਹੱਸਦੀਆਂ। ਉਹਨੂੰ ਕਹਿੰਦੇ ਦਾਨ। ਥੋੜ੍ਹਾ ਜਿਹਾ ਦੇ ਕੇ, ਕੋਈ ਦੁਕਾਨਦਾਰ ਥੋੜ੍ਹਾ ਜਿਹਾ ਖਾਣ ਨੂੰ ਦਿੰਦਾ, ਗੁੜ ਖਾ ਕੇ ਦੇਖ ਲਾ, ਉਹਦਾ ਪੈਸਾ ਤਾਂ ਕੋਈ ਨਹੀਂ ਲੈਂਦਾ। ਉਹ ਜੇ ਠੀਕ ਹੈ ਤਾਂ ਖਾ ਲੈ, ਮੁੱਲ ਲੈ ਲਾ, ਨਹੀਂ ਤਾਂ ਨਾ ਸੀ। ਉਹਨੂੰ ਕਹਿੰਦੇ ਦਾਨ। ਕੋਲੋਂ ਥੋੜ੍ਹਾ ਜਿਹਾ ਦੇ ਕੇ ਉਹਨੂੰ ਲਾ ਦੇਣੀ, ਚਟਕ ਲਾ ਦੇਣੀ। ਜਦ ਫਿਰ ਉਹਦਾ ਸਰੀਰ ਟੁੱਟਦਾ ਫਿਰ ਉਹ ਕਹਿੰਦੇ ਵੀ ਮੁੱਲ ਲੈ ਲਾ। ਤਾਂ ਕਹਿੰਦੇ ਫਿਰ ਇਹ ਚੀਜ਼ ਜਿਹਨੂੰ ਪ੍ਰਾਪਤ ਹੋ ਜਾਂਦੀ ਹੈ
जन्म कर्म मल उतरै। पिछलियां जन्मां दे कर्मां दी मैल जिहड़ी मन दे उत्ते चढ़ी हुई है। जन्म कर्म मल उतरै, मन ते जाए गुमान। जिहड़ा मन ते हंकार बिरती बनी हुई सी, जिहड़ी मन दी बिरती हर वेले उच्चा मन बनिया रहिंदा सी। फरीदा गर्भ जिन्हां वडियाइयां धन जोवन आगा, खाली चले धनी सियों टिब्बे ज्यों मिया। बड़े बड़े तुसीं महात्मा लोकां दे कोल अपनी हंकार बिरती, कई राजियां ने साधु महात्मा ने अपनी हंकार बिरती नाल सजा दित्तियां। नहीं कहंदे मन ते जाए गुमान। मन तो हंकार बिरती भी लै जाती है। हंकार बिरती आपे लै जाती है जदों मुहरे चानना दिखा दिंदे है। काम क्रोध न मोहिए बिनसे लो सुआन। काम क्रोध दो ऐसे है, सके भरा है। एक मिठा होकर शरीर नूं खा जाता, एक थोड़ा कौड़ी बिरती धारण करके। ये मनुख दे शरीर नूं मोहदे आ। ये दोए, एक मिठा होके खा जाता, एक कौड़ा होके। ये दोए शरीर नूं नुकसान पहुँचाउंदे आ। काम क्रोध काया को गाले, ज्यों कंचन सुहागा टाले। सुहागा सोने दे विच पा दईए तो उन्होंने एन बिल्कुल पानी मांगर चला दिंदा, साफ कर दिंदा। इदां ही ये दोए आ, काम क्रोध ना मोही आ। इन्हां वल नूं बिरती नहीं जाती। बिनसे लोभ सुआन। लोभ कहंदे, सुआन कहंदे कुत्ते नूं। लोभ बिरती जिहड़ी है, लोभी वाली बिरती। लोभी का बिसाहो ना कीजे, जे का पार बसाए। लोभी किसी का मित्र नहीं दसिया, भावें किड्डा भी बंदा अमीर है, वो किसी का सका नहीं है। गुरु ग्रंथ साहब जी ने कहा, इसका विसाह ना करो लोभी बंदे का। लोभी किसी का सका नहीं है, तो लोभी किसी का मित्र भी है नहीं। कहने माफ़ी देनी नहीं, जिथे देखना डंग मार देना। बिनसे लोभ सुआन। वो मनुख की लोभ वाली बिरती भी खत्म हो जाती जदों साधु की संगत वो करदा। सच्चे मार्ग चलदे उस्तत करे जहान। ठीक है, कलयुग का समा जिहड़ा झूठे लोगों का बोलबाला है, थोड़ा समा रहिंदा है, पर अखीर तक जिहड़े सच्चे मार्ग ते चले आ। देखो 64 65 साल गया उन्होंने दुनिया च हो गए, अज तक दुनिया उन्होंने जय जयकार करती है। किन्ने राजे दुनिया च होके चले गए, सच्चा मार्ग नहीं सी, पर उन्होंने उस्तत जहान ने बाद विच नहीं की। जिहड़े सच्चे मार्ग ते चले है दुनिया दे अंदर महात्मा लोग, उन्हों दी रहिंदी दुनिया तक जय जयकार हुंदी है। कोई भी मनुख सच बोलदा, सच्ची गल करदा, सच ते तुरदा, ਉਹਦਾ सहारा संसार। ठीक है, थोड़े दिन भावें वो सच नूं दब दिंदे आ। 100 बंदा झूठ वाले पासे खड़ा होवे, 4 बंदे सच वाले पासे खड़े हुंदे, फिर अखीर कहंदे सच दी जय हुंदी है। कहंदे अखीर कूड़न खुट्टे नानका ओढ़ सच रही। अखीर झूठ प्रगट होकर सच की जित सच की हुंदी है, जदों मर्जी हो जाए। तो सतगुरु जी ने कहा, बिनसे लो सुआन। सच्चे मार्ग चलदे उस्तत करे जहान। 68 तीर्थ सगल पुन, जी दया प्रवान। 68 तीर्थां दा पुन दस्या। ये शिव जी महाराज नूं पार्वती ने पुछया सी, महाराज किन्ने तीर्थ है दुनिया अंदर जिन्हां दा स्नान कर लईए तो मनुख नूं कोई लाभ प्राप्त हो जाता है, मनुख जन्म च लाहा प्राप्त हो जाता है। शिव जी ने दस्या सी 3 करोड़ तीर्थ है पार्वती। वो कहती महाराज जी तो कलयुग विच इन्ने समा ही नहीं मिलना मनुख नूं रोज़ का एक तीर्थ कर लवे। फिर उन्होंने कहा, तू कुछ तीर्थां की तू इदां कर, श्रेष्ठ तीर्थ गिण ला, असीं उन्होंने मानता दे दिंदे आ।
उस वेले पार्वती ने 68 तीर्थ गिने श्रेष्ठ, जिहदा जिक्र गुरु ग्रंथ साहब विच है। जितने मंदिर देवी थापे, तितने लोचे धूड़ साधु की ताई। जिन्ने मंदिर पार्वती देवी ने उस वेले थापे सी, ये सारे साधु की धूड़ी लोचते आ। जितनी श्रेष्ठ तुमरी मेरे स्वामी, तितनी लोचे धूड़ साधु की ताई। वो 68 तीर्थां दा पुन हुण भी जे कोई मनुख चलो तीर्थ के कानून मुताबक इशनान करन जावे, ये नहीं कि रस्ते दे विच ऊट पटांग गल्लां करदा जावे, किसी दे समान खा लिया, किसी दा प्रशादा छक लिया, दिता कुछ है नहीं, लोगों का पदार्थ खा के जाके कह मैं तीर्थ ते नहा के मैं फल प्राप्त कदी नहीं हो सकता। कानून मुताबक तीर्थ ते जावे फिर फल प्राप्त है। अपना किराया खर्च के जावे, अपने पैसों की रोटी खावे। अपने पैसों की रोटी तो की खानी, जाके प्रबंधकों के नुक्स फड़ने आ, गुरुद्वारियां में जाके नुक्स फड़ने आ, उत्थों तीर्थ का लाभ की मिलना उन्होंने। तीर्थ के कानून मुताबक तीर्थ ते जावे तो उत्थे जाके जे फल चलो प्राप्त हो भी जाए 68 तीर्थां का, किन्ना समा लगूगा, किन्ने पैसे लगणगे, सरीरक बल भी खत्म होऊगा, पैसे भी लगणगे ते समा भी लगेगा। कहंदे जे इक्को जगह ते मिल जावे 68 तीर्थ सगल पुन जी दया प्रवान, किसी जीव आत्मा ते दया कर दे। आ पिछे जे रौला पै गया कि जिहड़े गरीब दा मूँह गुरु दी गोलक, जिहड़ी गुरु दी गोलक गुरु गोबिंद सिंह साहब महाराज ने सतलुज दे विच रख दित्ती सी। 17,735 रुपये सतलुज विच हाले भी पए ही आओ। माता जी ने कहा सी कि सिखां नूं दे दिओ, गरीब आ। साहब कहण लगे पारा मैं अपने पुत्तां नूं नहीं देना, जहर खा के मर जूगे ते मैं अपने पुत्तां नूं जहर नहीं देनी। हुण गुरुद्वारियां जाके सुणो, कहंदे गुरुद्वारियां दे गल्ले गरीबां नूं दिओ, इन्हां दी बेड़ी बहालो जिथे तक बहिंदी आ, उहनूं मिठा करके खांदे आ। जहर तो जिन्ना बच हो जाए उन्ना चंगा। ਜਾਂ सेवा करे वो जाके गुरुद्वारे सेवादारां नूं पैंदे। उत्थे साडे चंडीगढ़ एक बीबी कहंदी रोज़ कड़ी सुखीओ आ, होर को बनाओ, ते तूं ढाबे ते बैठी आ, ना खा, नहीं तैनूं माफ़ पैंदी, ना खाओ। उत्थे जा के वो सेवादारां नूं इदां पैंदे आ जिद्दां पैसे दिते हुंदे आ। गरीब दी गुरु दी गोलक, गरीब दा मूँह। एक नवीं मर्यादा बन के रख ली। नहीं, संत महाराज जी जिन्हां दे स्थान ते तुसीं बैठे हो वो दसदे हुंदे सी भाई तीर्थां ते जाके जां सेवा करे जां फिर उत्थे गुरु घर विच किसी ना किसी तरीके जो गुरु घर दा धान खाधा ਉਹਦਾ कुछ ना कुछ ਇਹ ਵਿੱਚ ਮੋੜੇ। नहीं तो कहते लोगों ने चाढ़िया सी, तुसीं खा के आ गए सी, पाप लाउण उल्टा चाढ़ के आ गए। तां कहते समा भी लगूगा, पर जे किसी एक जीव ते दया कर दी जाए। दया किदां दी? मुसलमान मत दे अंदर माई रैबां दा जिक्र आउंदा है। बसरे शहर दे रहण वाली सी। वैसे तो मुसलमान धर्म के अंदर बहुत दुनिया मांस के नाल संबंधित है, वो दालां सब्जियां विच भी मांस पा लेंदे आ, पर जरूरी नहीं। वो बीबी भी नाल चली सी मक्के दे हज वास्ते। रस्ते विच उसने एक कुत्ती नूं पानी पिलाया सी, बाकियां ने तो गोश्त खा लिया, उन्हें गोश्त नहीं सी खाधा। वो एक साइड ते होके अपना प्रसादा छकण लगी तो उत्थे कुत्ती सी सूईओ। वो जब ਉਹਦੇ नेड़े आई तो उन्हें अपना प्रसादा कुत्ती ने पाता। कुत्ती के कतूरे सी छोटे छोटे, उन्होंने पाता। तो आले दुआले देखिया उन्हें पानी किते है नहीं सी, तो वो नाल दे हाजी अगे चले गए। वो माई फिर उत्थे रुक गई, वो हाजी अगे लंघ गए। उन्हें जब देखिया कुत्ती नूं पानी है नहीं, तो नेड़े एक खूह देखिया, खूह सीगा डूंगा थोड़ा। उन्हें अपनी चुन्नी नूं चाल लाया तो पाड़ के
ਜਦੋਂ ਥੱਲੇ ਖੂਹ ਵਿੱਚ ਵਗਾਈ ਤਾਂ ਉੱਥੇ ਤੱਕ ਨਾ ਪਹੁੰਚੀ। ਫਿਰ ਉਹਨੇ ਕੋਸ਼ਿਸ਼ ਕੀਤੀ, ਜਦ ਨਾ ਉਹ ਕੱਪੜਾ ਪਾਣੀ ਤੱਕ ਪਹੁੰਚਿਆ ਤਾਂ ਫਿਰ ਉਹ ਆਪਣੇ ਜਦ ਕੋਈ ਹੋਰ ਸਾਧਨ ਨਾ ਮਿਲਿਆ, ਉਹਨੂੰ ਆਪਣੇ ਕੇਸ ਸੀ ਉਹਦੇ ਲੰਬੇ ਲੰਬੇ, ਉਹਨੂੰ ਮਾਈ ਰਹਿਬਾ ਨੇ ਆਪਣੇ ਕੇਸ ਪੱਟ ਲਏ, ਖਿੱਚ ਖਿੱਚ ਕੇ ਕੇਸਾਂ ਨੂੰ ਪੱਟ ਕੇ ਉਹਨੇ ਇੱਕ ਰੱਸੀ ਬਣਾ ਲਈ ਉਹਦੀ। ਉਹ ਰੱਸੀ ਆਪਣੀ ਚੁੰਨੀ ਦੇ ਨਾਲ ਬੰਨ੍ਹ ਕੇ ਖੂਹ 'ਚ ਛੱਡ ਦਿੱਤੀ। ਉਹ ਚੁੰਨੀ ਜਦ ਪਾਣੀ ਨਾਲ ਭਿੱਜ ਗਈ, ਬਾਹਰ ਲਿਆ ਕੇ ਨਿਚੋੜ ਕੇ ਉਹਨੇ ਕਤੂਰਿਆਂ ਨੂੰ ਪਾਤਾ ਪਾਣੀ। ਤਾਂ ਉਹ ਫਿਰ ਜਿੱਥੇ ਮੱਕੇ ਦੇ ਹਾਜੀ ਜਦ ਮੱਕੇ ਤੱਕ ਪਹੁੰਚੇ, ਉੱਥੇ ਮੱਕੇ ਦੇ ਦਰਸ਼ਨ ਨਹੀਂ ਹੋਏ। ਉਹਨਾਂ ਨੇ ਉੱਥੇ ਪੁੱਛਿਆ ਆਲੇ ਦੁਆਲੇ ਵੀ ਅੱਜ ਮੱਕਾ ਸ਼ਰੀਫ ਦੇ ਦਰਸ਼ਨ ਕਰਨ ਆਏ ਆ, ਵੀ ਮੱਕਾ ਸ਼ਰੀਫ ਕਿੱਥੇ ਗਏ ਆ? ਉਹਨਾਂ 'ਚ ਇੱਕ ਸਿਆਣਾ ਪੁਰਸ਼ ਬੋਲਿਆ, ਕਹਿੰਦਾ ਵੀ 60 ਕੋਹ ਤੇ ਇੱਥੇ ਇੱਕ ਮਾਈ ਰਹਿਬਾ ਉਹਦੇ ਚਰਨਾਂ 'ਚ ਪਹੁੰਚੇ ਆ। ਸਿਰ ਕੀ ਸੋਭ ਉਤਾਰ ਕੇ ਚੀਨਿਓ ਆਤਮ ਰਾਮ, 60 ਕੋਸ ਮੱਕਾ ਮਿਲਿਓ ਦੇਖ ਦਇਆ ਕੇ ਕਾਮ। ਮੱਕਾ 60 ਕੋਹਾਂ ਤੇ ਉਹਦੇ ਪੈਰਾਂ ਚਲੇ ਗਿਆ। ਦਇਆ ਨੇ ਇੰਨਾ ਕੰਮ ਕੀਤਾ, ਕਿਸੇ ਤੇ ਦਇਆ ਕਰ ਦੇਣੀ। ਕਈ ਤਰ੍ਹਾਂ ਦੀ ਦਇਆ ਹੈ। ਕਹਿੰਦੇ ਜੀ ਦਇਆ ਪ੍ਰਵਾਨ, ਜੀਵ ਆਤਮਾ 'ਤੇ ਦਇਆ ਕਰਨੀ, ਕਿਸੇ ਨੂੰ ਸੁੱਖ ਦੇਣ ਦਾ ਯਤਨ ਕਰਨਾ, ਕਿਸੇ ਬੁੱਢੇ ਬੰਦੇ ਨੂੰ ਸੁੱਖ ਦੇਣ ਦਾ ਯਤਨ ਕਰਨਾ, ਜਿਹੜਾ ਦੁਖੀ ਹੋਵੇ ਉਹਨੂੰ ਸੁੱਖ ਦੇਣ ਦਾ ਯਤਨ ਕਰਨਾ, ਕਿਸੇ ਦੀ ਆਤਮਾ ਨੂੰ ਖੁਸ਼ੀ ਕਰਨਾ। ਪਰਮੇਸ਼ਰ ਖੁਸ਼ ਹੈ, ਹਰੇਕ ਦੇ ਅੰਦਰ ਪਰਮੇਸ਼ਰ ਹੈ। ਜਦ ਇੱਕ ਵੀ ਖੁਸ਼ ਹੋ ਗਿਆ, ਜੇ ਕਥਾ ਵਾਰਤਾ ਕਰਦੇ ਹਾਂ ਕਈ ਵਾਰੀ ਕੱਟੜਤਾਈ ਵਿੱਚ ਮਨੁੱਖ ਚਲੇ ਜਾਂਦੇ ਆ। ਜੇ ਇੱਕ ਮਨੁੱਖ ਦਾ ਮਨ ਵੀ ਦੁਖੀ ਹੋ ਗਿਆ ਤਾਂ ਕਥਾ ਦਾ ਭੋਗ ਤਾਂ ਪੈ ਗਿਆ, ਫਿਰ ਰੱਬ ਤਾਂ ਨਾਰਾਜ਼ ਹੋ ਗਿਆ। ਪਰਮੇਸ਼ਰ ਨੂੰ ਖੁਸ਼ ਕਰਨਾ, ਨਿਰੋਲ ਰੱਬ ਦੀ ਗੱਲ ਕੀਤੀ ਜਾਵੇ, ਕਿਸੇ ਦੀ ਕੱਟੜਤਾਈ ਵਿੱਚ ਆ ਕੇ ਕਿਸੇ ਦੇ ਊਣਤਾਈਆਂ 'ਤੇ ਉਂਗਲੀਆਂ ਨਾ ਰੱਖੀਆਂ ਜਾਣ। ਕੇਵਲ ਤੇ ਕੇਵਲ ਨਿਰੋਲ ਪਰਮੇਸ਼ਰ ਦੀ ਕਥਾ ਕੀਤੀ ਜਾਵੇ। ਉਹਦਾ ਸੁਣਨ ਵਾਲੇ ਨੂੰ ਵੀ ਲਾਭ ਹੈ ਅਤੇ ਕਰਨ ਵਾਲੇ ਨੂੰ ਵੀ ਲਾਭ ਹੈ। ਜੇ ਆਤਮਾ ਦੁਖੀ ਹੋ ਗਈ, ਕੋਈ ਇੱਕ ਅੱਧੇ ਬੰਦੇ ਦੀ ਵੀ ਦੁਖੀ ਹੋ ਗਈ, ਤਾਂ ਭਗਵਾਨ ਨਾਰਾਜ਼ ਹੋ ਗਿਆ, ਪਰਮੇਸ਼ਰ ਨਾਰਾਜ਼ ਹੋ ਗਿਆ, ਅਤੇ ਉਹ ਦੋਹਾਂ ਧਿਰਾਂ ਨੂੰ ਫਾਇਦਾ ਨਹੀਂ ਮਿਲਦਾ ਉਹਦਾ। 68 ਤੀਰਥ ਸਗਲ ਪੁੰਨ, 68 ਤੀਰਥਾਂ ਦਾ ਪੁੰਨ ਜੀ ਦਇਆ ਪ੍ਰਵਾਨ। ਜਿਸ ਨੂੰ ਦੇਵੇ ਦਇਆ ਕਰ, ਸੋਈ ਪੁਰਖ ਸੁਜਾਨ। ਜਿਨ੍ਹਾਂ 'ਤੇ ਦਇਆ ਕਰਕੇ ਪਰਮੇਸ਼ਰ ਨਿਰੰਕਾਰ ਕਿਰਪਾ ਕਰਦਾ, ਉਹੀ ਸਿਆਣੇ ਪੁਰਖ ਗਿਣੇ ਗਏ ਹੈ। ਉਹਨਾਂ ਨੂੰ ਸੋਝੀਵਾਨ, ਉਹਨਾਂ ਨੂੰ ਦੇਖੋ ਬੜੇ ਬੜੇ। ਦਤੀਜ ਮੁਨੀ ਲਿਖੀ ਹੋਇਆ ਇੱਕ ਉੱਤਰ ਪ੍ਰਦੇਸ਼ ਦੇ ਇਲਾਕੇ ਵਿੱਚ, ਲਖੀਮਪੁਰ ਜ਼ਿਲ੍ਹੇ ਵਿੱਚ ਉਹ ਜਗ੍ਹਾ ਹੈ। ਦਤੀਜ ਮੁਨੀ ਲਿਖੀ, ਉਹਨੇ ਬੰਦਗੀ ਕਰਕੇ ਸ਼ਿਵ ਜੀ ਮਹਾਰਾਜ ਨੇ ਇੱਕ ਤਰਸੂਲ ਦੇ ਦਿੱਤਾ ਉਹਨੂੰ। ਉਹ ਕਹਿੰਦੇ ਵੀ ਤਰਸੂਲ ਜਦੋਂ ਕਦੀ ਰਾਖਸ਼ ਕਿਤੇ ਭਾਰੂ ਹੋਣਗੇ ਤਾਂ ਇਹ ਤਰਸੂਲ ਕੰਮ ਆਊਗਾ। ਜਿਹੜੇ ਰਾਖਸ਼ ਦੇ ਤੁਸੀਂ ਮਾਰੋਗੇ ਉਹ ਰਾਖਸ਼ ਇਹਦੇ ਨਾਲ ਮਰ ਜੂਗਾ, ਤੁਹਾਨੂੰ ਬਹੁਤੀ ਮਿਹਨਤ ਨਹੀਂ ਕਰਨੀ ਪਊਗੀ। ਉਹ ਮਹਾਤਮਾ ਨੇ ਤਰਸੂਲ ਲੈ ਲਿਆ। ਜਦੋਂ ਉਹਨਾਂ ਨੇ ਸਰਦਾਈ ਰੋਜ਼ ਰਗੜਨੀ ਵੀ ਤਰਸੂਲ ਘੁਮਾ ਦੇਣਾ, ਹੌਲੀ ਹੌਲੀ ਉਹ ਪੱਥਰ ਦੇ ਕੂੰਡੇ ਵਿੱਚ ਤਰਸੂਲ ਕੱਸਦਾ ਕੱਸਦਾ ਸਾਰਾ ਤਰਸੂਲ ਖਤਮ ਹੋ ਗਿਆ। ਸਮਾਂ ਬਣਿਆ, ਉਹ ਸਮਾਂ ਜਿਹੜਾ ਲਿਖਿਆ ਸੀ ਆਇਆ, ਅਤੇ ਜਿਹੜੇ ਰਾਖਸ਼ ਭਾਰੂ ਹੋ ਗਏ। ਜਿੱਦਾਂ ਇਸ ਵੇਲੇ ਰਾਖਸ਼ ਲੋਕ ਭਾਰੂ ਹੈ। ਗੁਰਦੁਆਰਿਆਂ ਵਿੱਚ ਖੜ੍ਹੇ ਹੋ ਕੇ ਖਾਣਾ, ਗੁਰਦੁਆਰਿਆਂ ਵਿੱਚ ਕੁਰਸੀਆਂ ਲਾਉਣੀਆਂ, ਗੁਰਦੁਆਰਿਆਂ ਜਾ ਕੇ ਪਹਿਰੇ ਸੇਵਾਦਾਰਾਂ ਨੂੰ ਦਬ ਕੇ ਮਾਰਨੇ, ਗੁਰਦੁਆਰਿਆਂ ਵਿੱਚ ਜਾ ਜਾ ਕੇ ਆਪਣੀ ਹਕੂਮਤ ਚਲਾਉਣੀ। ਇਹ ਰਾਖਸ਼ਾਂ ਦਾ ਪਹਿਰਾ, ਇਹ ਰਾਖਸ਼ ਬਿਰਤੀ ਵਾਲੇ ਲੋਕ ਹੈ। ਜਦ ਰਾਖਸ਼ ਭਾਰੂ ਹੋਏ, ਦੇਵਤਿਆਂ ਨੇ ਬੇਨਤੀ ਕੀਤੀ ਭਗਵਾਨ ਨੂੰ। ਭਗਵਾਨ ਨੇ ਕਿਹਾ ਵੀ ਸਾਡਾ ਇੱਕ ਤਰਸੂਲ ਹੈ, ਮਾਤ ਲੋਕ ਦੇ ਵਿੱਚ ਦਤੀਚ ਮੁਨੀ ਰਿਖੀ ਹੈ, ਉਹਦੇ ਕੋਲ ਹੈ, ਉਹ ਤੁਸੀਂ ਤਰਸੂਲ ਲੈ ਲਓ। ਜਿਹਦੇ ਮਾਰੋਗੇ ਤਰਸੂਲ ਉਹ ਰਾਖਸ਼ ਮਰ ਜੂਗਾ। ਉਹ ਦਤੀਚ ਮੁਨੀ ਰਿਖੀ ਦੇ ਕੋਲ ਆਏ, ਉਹਨੂੰ ਕਿਹਾ ਜੀ, ਉਹਨੇ ਕਿਹਾ ਆਓ ਦੇਵਤਾ ਜਨੋਂ, ਕੀ ਜ਼ਰੂਰਤ ਹੈ, ਕੀ ਕੰਮ ਪੈ ਗਿਆ? ਉਹ ਕਹਿਣ ਲੱਗੇ ਜੀ ਕੰਮ ਤਾਂ ਇਹ ਹੈ, ਤੁਹਾਡੇ ਕੋਈ ਤਰਸੂਲ ਹੈ ਕਿ ਸਾਨੂੰ ਤਰਸੂਲ ਦੇ ਦਿਓ। ਉਹ ਕਹਿੰਦੇ ਤਰਸੂਲ ਤਾਂ ਅਸੀਂ ਸਰਦਾਈ ਵਿੱਚ ਘੋਟ ਕੇ ਪੀ ਗਏ,
उन्होंने भगवान नूं दस्सिया जी तरसूल तो मिलिया नहीं, वो सरदाई च घुट के पी गए। वो कहते जे घुट के पी गया, इदां करो जिस महात्मा के अंदर तरसूल चले गया वो महात्मा दीयां हड्डियां लै लो। वो हड्डी ਜਿਹੜੇ ਤੁਸੀਂ शास्त्र ਨੂੰ ਲਾਓਗੇ, ਉਹ शास्त्र ਜਦੋਂ ਰਾਖਸ਼ ਤੇ ਮਾਰੋਗੇ ਰਾਖਸ਼ ਮਰ ਜਾਊਗਾ। ਉਹ ਫਿਰ ਇਕੱਠੇ ਹੋ ਕੇ ਦਤੀਜ ਮੁਨੀ ਰਿਖੀ ਦੇ ਕੋਲ ਪਹੁੰਚੇ। ਕਹਿੰਦੇ ਮਹਾਰਾਜ ਤੁਹਾਡੀਆਂ ਹੱਡੀਆਂ ਦੀ ਜ਼ਰੂਰਤ ਹੈ। ਉਹ ਕਹਿੰਦੇ ਹੱਡੀਆਂ ਲੈ ਲਓ। ਜੇ ਮੇਰੀਆਂ ਹੱਡੀਆਂ ਕਿਸੇ ਦੇ ਕੰਮ ਆ ਜਾਣ ਤਾਂ ਇਹ ਤੋਂ ਬੜੇ ਹੋਰ ਪਰਪਕਾਰ ਕੀ ਹੋ ਸਕਦਾ। ਉਹ ਦੇਵਤੇ ਕਹਿਣ ਲੱਗੇ ਮਹਾਰਾਜ ਹੱਡੀ ਤਾਂ ਲੈ ਲਈਏ, ਬੰਦਗੀ ਮਾਨ ਪੁਰਖ ਦਾ ਕਤਲ ਕਰ ਦਈਏ, ਸਾਰੀ ਸ੍ਰਿਸ਼ਟੀ ਦਾ ਕਤਲ ਕਰ ਦਈਏ, ਇੱਕ ਬਰਾਬਰ ਹੈ। ਨਾਮ ਜਪਣ ਵਾਲੇ ਗੁਰਮੁਖ ਦਾ ਕਤਲ ਤੇ ਸਾਰੀ ਸ੍ਰਿਸ਼ਟੀ ਦਾ। ਤੇ ਸਾਨੂੰ ਇਹ ਦੱਸੋ ਵੀ ਹੱਡੀਆਂ ਲਈਏ ਕਿੱਦਾਂ। ਉਹ ਮਹਾਤਮਾ ਕਹਿੰਦੇ ਦੱਸ ਦਿੰਦੇ ਤੁਹਾਨੂੰ ਅਸੀਂ, ਤਾਂ ਲੈ ਲਿਓ ਤੁਸੀਂ। ਤੁਸੀਂ ਇੱਦਾਂ ਕਰੋ, ਮੈਂ ਕੱਪੜੇ ਖੋਲ੍ਹ ਕੇ ਤੇ 10 ਵਾਰ ਸਵਾਸ ਚੜ੍ਹਾ ਲੈਣਾ। ਤੁਸੀਂ ਦਹੀਂ ਵਿੱਚ ਮਸਾਲੇ ਰਲਾ ਕੇ ਤੇ ਮੇਰੇ ਸਰੀਰ 'ਤੇ ਪਾਈ ਜਾਇਓ। ਗਾਈਆਂ ਖੁੱਲੀਆਂ ਛੱਡ ਦਿਓ ਤੇ ਗਾਈਆਂ ਮੇਰੇ ਸਰੀਰ ਨੂੰ ਚੱਟਣ ਲੱਗ ਜੂਗੀਆਂ ਤੇ ਉੱਤੇ ਮਾਸ ਚੱਟਿਆ ਜਾਊਗਾ ਤੇ ਵਿੱਚੋਂ ਹੱਡੀ ਜਿੱਥੇ ਜਿੱਥੇ ਚਾਹੀਦੀ ਕੱਟ ਲਿਓ। ਉਹਨਾਂ ਨੇ ਉਸੇ ਤਰੀਕੇ ਕੀਤਾ। ਦਤੀਚ ਮੁਨੀ ਦੇ ਦਹੀਂ ਪਾਈ ਗਏ ਤੇ ਗਾਈਆਂ ਸ਼ੁਰੂ ਕਰਤੀਆਂ। ਗਾਈਆਂ ਨੇ ਜੀਭ ਹੁੰਦੀ ਕੰਡੇਦਾਰ, ਉਹਨੇ ਚੱਟ ਚੱਟ ਕੇ ਮਾਸ ਉੱਤੋਂ ਕੱਢਤਾ, ਹੱਡੀਆਂ ਨੰਗੀਆਂ ਕਰ ਦਿੱਤੀਆਂ। ਉਹ ਹੱਡੀਆਂ ਫਿਰ ਕੱਟ ਕੱਟ ਕੇ ਦੇਵਤਿਆਂ ਨੇ ਰਾਖਸ਼ਾਂ ਨੂੰ ਮਾਰਿਆ। ਉਹਦਾ 80 ਮੀਲ ਦਾ ਏਰੀਆ ਪਵਿੱਤਰ ਹੋਇਆ ਭਗਵਾਨ ਦੇ ਚਰਨ ਪੈਣ ਨਾਲ, ਦਤੀਚ ਮੁਨੀ ਰਿਖੀ ਦਾ। ਅਤੇ ਉੱਥੇ ਸਰੀਰ ਛੱਡਣਾ ਬੜਾ ਸ੍ਰੇਸ਼ਟ ਗਿਣਿਆ ਗਿਆ। ਅਤੇ ਅੱਜ ਵੀ ਉਹ ਸਥਾਨ ਹੈ, ਲਖੀਮਪੁਰ ਜ਼ਿਲ੍ਹੇ ਦੇ ਵਿੱਚ ਹੈ। ਇਹਨੂੰ ਕਹਿੰਦੇ 68 ਤੀਰਥ ਜੀ ਦਇਆ ਪ੍ਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ, ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਜਿਨ੍ਹਾਂ ਨੂੰ ਪਰਮੇਸ਼ਰ ਨਿਰੰਕਾਰ ਮਿਲ ਗਿਆ। ਜਿਸ ਪਤੀ ਪਤਨੀ ਦਾ ਪਤੀ ਨਾ ਬਣ ਆਵੇ, ਨਾ ਬਣਦੀ ਹੋਵੇ, ਜੇ ਮੁੜ ਕੇ ਬਣ ਜਾਵੇ, ਮੁੜ ਕੇ ਉਹਨਾਂ ਦਾ ਪ੍ਰੇਮ ਹੋ ਜਾਵੇ, ਕਹਿੰਦੇ ਸਿਆਣੀ ਨਿਕਲੀ ਵੀਰ ਇਹ ਸਿਆਣੀ ਨਿਕਲੀ, ਇਹ ਮੁੜ ਕੇ ਚਲੋ ਇਹਨਾਂ ਦਾ ਮੇਲਾ ਹੋ ਗਿਆ। ਜੇ ਨਾ ਬਣੇ ਸਾਰੀ ਜ਼ਿੰਦਗੀ, ਉਹ ਕਹਿੰਦੇ ਇਹਨੂੰ ਅਕਲ ਹੈ ਨਹੀਂ, ਇਹਨੂੰ ਅਕਲ ਨਹੀਂ ਹੈ। ਇਹਨੂੰ ਅਕਲ ਹੁੰਦੀ ਉਹਨਾਂ ਬਣਾ ਕੇ ਰੱਖਦੀ। ਸੋਈ ਪੁਰਖ ਸੁਜਾਨ, ਉਹ ਸਿਆਣਾ ਪੁਰਖ ਹੈ ਜਿਹਦੀ ਮੁੜ ਕੇ ਆਪਣੇ ਪਤੀ ਨਾਲ ਬਣ ਗਈ, ਪਰਮੇਸ਼ਰ ਨਿਰੰਕਾਰ ਨਾਲ। ਜਿਨ੍ਹਾਂ ਗੱਲਾਂ ਤੋਂ ਵਿਗੜੀ ਸੀ ਉਹ ਗੱਲਾਂ ਵਿੱਚ ਮੁੜ ਕੇ ਸੁਧਾਰ ਲੈ ਆਂਦਾ, ਉਹ ਗੱਲਾਂ ਨੂੰ ਮੁੜ ਕੇ ਸਹੀ ਕਰ ਲਿਆ। ਜੋ ਜੋ ਔਗਣ ਸਾਡੇ ਵਿੱਚ ਸਨ ਉਹ ਔਗਣ ਵਿੱਚੋਂ ਕੱਢ ਦਿੱਤੇ। ਜਿਨ੍ਹਾਂ ਔਗਣਾਂ ਕਰਕੇ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖਿਆ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਤੀਵੀਂ ਆਪਣੀ ਮਰਜ਼ੀ ਕਰੇ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਕਹਿੰਦੇ ਜਿਹੜਾ ਪਰਮੇਸ਼ਰ ਦੇ ਹੁਕਮ ਵਿੱਚ ਹੈ, ਉਹ ਕਹਿੰਦੇ ਸਾਡਾ ਸਕਾ। ਜਿਹੜਾ ਕਿਹਾ ਨਹੀਂ ਮੰਨਦਾ, ਕਹਿੰਦੇ ਸਾਡਾ ਸਕਾ ਸੁਕਾ ਨਹੀਂ ਹੈ, ਜਾਂਦਾ ਜਾਵੇ ਜਿੱਧਰ ਨੂੰ ਮਰਜ਼ੀ। ਸੋਈ ਪੁਰਖ ਸੁਜਾਨ ਮਾਘ ਸੁੱਚੇ ਸੇ ਕਾਢੀਏ, ਜਿਨ ਪੂਰਾ ਗੁਰ ਮਿਹਰਬਾਨ। ਜਿਨ੍ਹਾਂ 'ਤੇ ਗੁਰੂ ਮਿਹਰਬਾਨ ਹੋਇਆ, ਪੂਰਾ ਗੁਰੂ ਤਾਂ ਵੈਸੇ ਕਿਸੇ ਤੋਂ ਆਪਾਂ ਮਾੜਾ ਮੋਟਾ ਕੰਮ ਸਿੱਖ ਲਈਏ, ਕਹਿੰਦੇ ਮੇਰਾ ਗੁਰੂ ਹੈ, ਉਹ ਕਹਿੰਦਾ ਮੇਰਾ ਸ਼ਾਗਿਰਦ ਹੈ। ਵੈਸੇ ਗੁਰੂ ਹੱਥ ਜਿਹੜਾ ਉਸਤਾਦ ਸ਼ਾਗਿਰਦ ਉਰਦੂ ਦਾ ਅੱਖਰ ਹੈ। ਜੇ ਕਿਸੇ ਤੋਂ ਕੋਈ ਮਾੜੀ ਮੋਟੀ ਵਿੱਦਿਆ ਲੈ ਲਈਏ, ਕਹਿੰਦੇ ਮੇਰਾ ਵਿੱਦਿਆ ਗੁਰੂ ਹੈ ਇਹ। ਅਤੇ ਜਿਹਨਾਂ ਪੂਰਾ ਗੁਰ ਮਿਹਰਬਾਨ ਹੈ, ਜਿਨ੍ਹਾਂ ਦੇ ਸਥਾਨ 'ਤੇ ਬੈਠੇ ਹੋਏ, ਇਹ ਸਨ ਪੂਰੇ ਗੁਰੂ। ਸਮਰੱਥ ਗੁਰੂ ਸਿਰ ਹੱਥ ਧਰਿਓ। ਜਿੱਥੇ ਕਿਸੇ ਨੇ ਯਾਦ ਕੀਤਾ ਉੱਥੇ ਜਾ ਕੇ ਖੜ੍ਹੇ ਹੋ ਜਾਣਾ। ਪੂਰਾ ਗੁਰ ਮਿਹਰਬਾਨ, ਉਹਨਾਂ 'ਤੇ ਪੂਰੇ ਗੁਰੂ ਨੇ ਮਿਹਰਬਾਨਗੀ ਕੀਤੀ, ਉਹਨਾਂ 'ਤੇ ਦਇਆ ਦ੍ਰਿਸ਼ਟੀ ਕੀਤੀ। ਮਾਘ ਸੁੱਚੇ ਸੇ ਕਾਢੀ, ਪੂਰਾ ਗੁਰ ਮਿਹਰਬਾਨ।
ਉਹਨਾਂ 'ਤੇ ਬਖਸ਼ਿਸ਼ ਕੀਤੀ ਹੈ। ਮਾਘ ਮਹੀਨੇ ਦੀ ਸਾਧੂ ਦੀ ਧੂੜੀ ਦਾ ਇਸ਼ਨਾਨ ਬਖਸ਼ਿਸ਼। ਭਾਈ ਨਾਮ ਜਪਣ ਵਾਲੇ ਗੁਰਮੁਖਾਂ ਦਾ ਸਤਿਕਾਰ ਕਰਿਆ ਕਰੋ। ਇਹ ਮਾਘ ਮਹੀਨੇ ਦਾ ਉਪਦੇਸ਼ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ। ਕੋਈ ਬਾਣੀ ਪੜ੍ਹਦਾ, ਕੋਈ ਨਾਮ ਜਪਦਾ, ਗੁਰੂ ਘਰ ਦੀ ਸੇਵਾ ਕਰਦਾ, ਇੱਕ ਧਿਆਨ ਰੱਖਿਆ ਕਰੋ। ਉਲਟੀ ਹਵਾ ਬਾਗੀ ਅਸਥਾਨਾਂ 'ਤੇ ਜਾ ਜਾ ਕੇ ਸੇਵਾਦਾਰਾਂ ਨੂੰ ਦਬ ਕੇ ਮਾਰਦੇ ਆ। ਇੱਕ ਦਿਨ ਇੱਥੇ ਪਿਛਲੀ ਵਾਰੀ 1 ਤਰੀਕ ਨੂੰ ਉਹ ਸਾਡੇ ਸੇਵਾਦਾਰਾਂ ਨੂੰ ਕਹਿੰਦੇ ਸਾਨੂੰ ਪਾਣੀ ਨਹੀਂ ਦਿੱਤਾ, ਵੀ ਪਾਣੀ ਤੁਸੀਂ ਉੱਠ ਕੇ ਪੀ ਲਓ ਭਾਈ, ਇੱਥੇ ਤੁਸੀਂ ਹੁਣ ਸੇਵਾਦਾਰਾਂ ਦੀ ਘਾਟ ਹੈ। ਉਹ ਕਹਿੰਦੇ ਸਾਨੂੰ ਬੈਠਿਆਂ ਨੂੰ ਪਾਣੀ ਦਿਓ। ਉਹ ਆ ਕੇ ਸੇਵਾਦਾਰਾਂ ਨੂੰ ਦਬ ਕੇ ਮਾਰਦੇ, ਇੱਦਾਂ ਸਮਝਦੇ ਜਿੱਦਾਂ ਵੀ ਪੈਸੇ ਦੇ ਕੇ ਆਏ ਹੁੰਦੇ ਅਸੀਂ। ਅਤੇ ਬਹੁਤ ਸਮਾਂ ਅੱਗੇ ਤੋਂ ਅੱਗੇ ਸਾਧ ਸੰਗਤ ਭਿਆਨਕ ਹੈ। ਤੀਰਥ ਸਥਾਨਾਂ 'ਤੇ ਜਾ ਕੇ ਨੁਕਸ ਫੜਨੇ ਸੇਵਾਦਾਰਾਂ ਦੇ, ਸੇਵਾਦਾਰਾਂ ਨੂੰ ਧੱਕੇ ਨਾਲ ਸੇਵਾ ਕਰਾਉਣੀ। ਇਹ ਬਿਰਤੀਆਂ ਮਲੀਨਤਾਈ ਵਾਲੇ ਪਾਸੇ ਨੂੰ ਚਲੇ ਗਈਆਂ। ਮਲੀਨਤਾ ਇੱਥੋਂ ਪਤਾ ਲੱਗਦਾ ਹੈ ਕਲਯੁਗ ਦਾ ਜ਼ੋਰ ਹੈ। ਗੁਰੂ ਘਰ ਵਿੱਚ ਜਾ ਕੇ ਸੇਵਾ ਕਰਨੀ, ਨਿਮਰਤਾ ਧਾਰਨ ਕਰਨੀ, ਗੁਰੂ ਘਰ ਦੇ ਵਿੱਚ ਲਾਭ ਪ੍ਰਾਪਤ ਕਰਨਾ ਸਿਆਣੇ ਪੁਰਖਾਂ ਦੀ ਨਿਸ਼ਾਨੀ ਹੈ। ਸੋ ਇਹ ਮਾਘ ਦਾ ਮਹੀਨਾ ਅੱਜ ਭਾਵੇਂ ਸੰਗਤ ਘੱਟ ਹੈ, ਕਿਉਂਕਿ ਮਾਘੀ ਦਾ ਅੱਜ ਮੁਕਤਸਰ ਸਾਹਿਬ ਦੇ ਵਿੱਚ ਬਹੁਤ ਵੱਡਾ ਜੋੜ ਮੇਲਾ ਹੁੰਦਾ ਹੈ, ਅਤੇ ਬਾਕੀ ਵੀ ਪਵਿੱਤਰ ਸਥਾਨਾਂ 'ਤੇ ਬਹੁਤ ਅੱਜ ਦੇ ਦਿਨਾਂ 'ਚ ਰਸ਼ ਹੁੰਦਾ ਹੈ। ਅਤੇ ਮਾਘ ਦੇ ਇਸ਼ਨਾਨ ਨੂੰ ਬਹੁਤ ਪਵਿੱਤਰ ਗਿਣਦੇ ਹੈ, ਅਤੇ ਮੁਕਤਸਰ ਸਾਹਿਬ 'ਤੇ ਬੜੀ ਦੁਨੀਆ ਅੱਜ ਇਸ਼ਨਾਨ ਕਰਨ ਗਈ ਹੈ। ਅਤੇ ਇੱਥੇ ਵੀ ਚਲੋ ਠੀਕ ਹੈ, ਤੁਹਾਡੀ ਹਾਜ਼ਰੀ ਲੱਗੀ ਹੈ। ਅਸਥਾਨ ਤਾਂ ਇਹ ਵੀ ਉਹਨਾਂ ਦਾ ਹੀ ਹੈ। ਜਿਹੜੀ ਬੜੀ ਪਵਿੱਤਰ ਆਤਮਾ ਮੁਕਤਸਰ ਸਾਹਿਬ ਦੀ ਧਰਤੀ 'ਤੇ 40 ਮੁਕਤਿਆਂ ਨੂੰ ਮੁਕਤ ਹੋਣ ਦਾ ਵਰ ਦਿੱਤਾ ਸੀ। ਉਹਨਾਂ 'ਚ ਪਵਿੱਤਰ ਆਤਮਾ ਇਹ ਵੀ ਸੰਤ ਬਾਬਾ ਜਵਾਲਾ ਸਿੰਘ ਸਾਹਿਬ ਜੀ ਮਹਾਰਾਜ ਵੀ ਉਹੀ ਰੂਪ ਸਨ। ਇਹ ਵੀ ਹਾਜ਼ਰੀ ਉਹਨਾਂ ਦੇ ਬਰਾਬਰ ਹੈ। ਸੋ ਬੜਾ ਧੰਨਵਾਦ ਹੈ। ਪਿਛਲਾ ਮਹੀਨਾ ਕਥਾ ਨਹੀਂ ਮੈਂ ਕਰ ਸਕਿਆ, ਸੰਗਤ ਤੋਂ ਮਾਫੀ ਵੀ ਚਾਹੁੰਦਾ, ਕਿਉਂਕਿ ਸਰੀਰ ਕਿਹਾ ਨਹੀਂ ਕਰਦਾ ਸੀ। ਸਰੀਰ ਤਾਂ ਹੁਣ ਵੀ ਚਲੋ ਸੰਗਤ ਦੀ ਕਿਰਪਾ ਨਾਲ ਮੈਂ ਇੱਥੇ ਤੱਕ ਪਹੁੰਚ ਗਿਆ। ਸਰੀਰਾਂ ਵਿੱਚ ਮਾੜੀ ਮੋਟੀ ਵਿਆਧੀ ਆ ਜਾਂਦੀ ਹੈ, ਆਪਣੇ ਪਾਪ ਕਰਮ ਮਨੁੱਖ ਨੂੰ ਭੋਗਣੇ ਪੈਂਦੇ ਹੈ। ਸੋ ਸਮੇਂ ਮੁਤਾਬਕ ਸੰਗਤ ਦੀ ਅਰਦਾਸ ਬੇਨਤੀ ਨਾਲ ਜਿੰਨਾ ਕੁ ਸਤਿਗੁਰੂ ਜੀ ਨੇ ਸਮਾਂ ਬਖਸ਼ਿਆ ਹੈ ਉਹਦੇ ਅਨੁਸਾਰ ਤੁਹਾਡੇ ਨਾਲ ਬਚਨ ਕੀਤੇ ਆ। ਇੱਕ ਚੇਤਾ ਰੱਖਿਆ ਕਰੋ, ਸਮਾਂ ਜਦੋਂ ਗਾਹਕ ਥੋੜ੍ਹੇ ਹੋਣ ਅਤੇ ਉਸ ਵੇਲੇ ਭਾਈ ਸੌਦਾ ਗਾਹਕ ਜ਼ਿਆਦਾ ਹੋਣ ਤਾਂ ਮਹਿੰਗਾ ਹੁੰਦਾ, ਜੇ ਗਾਹਕ ਥੋੜ੍ਹੇ ਹੋਣ ਤਾਂ ਸੌਦਾ ਸਸਤਾ। ਹੁਣ ਤਾਂ ਇਸ ਵੇਲੇ ਨਾਮ ਜਪਣ ਵਾਲਿਆਂ ਦੀ ਘਾਟ ਹੈ। ਦੂਜੇ ਵਾਲੇ ਪਾਸੇ ਨਰਕ ਵਾਲੇ ਪਾਸੇ ਨੂੰ ਦੁਨੀਆ ਜ਼ਿਆਦਾ ਹੈ, ਨਾਮ ਜਪਣ ਵਾਲੇ ਪਾਸੇ ਨੂੰ ਦੁਨੀਆ ਘੱਟ ਹੈ। ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ। ਸਮਾਂ ਅੱਗੇ ਤੋਂ ਅੱਗੇ ਤੁਹਾਨੂੰ ਦਿਸਦਾ, ਦੱਸਣ ਦੀ ਜ਼ਰੂਰਤ ਨਹੀਂ ਹੈ। ਸੋ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ, ਸੇਵਾ ਕਰਿਆ ਕਰੋ ਗੁਰੂ ਘਰ ਦੀ। ਸਤਿਗੁਰੂ ਜੀ ਕਿਰਪਾ ਕਰਨ, ਜਿਨ੍ਹਾਂ 'ਤੇ ਬਖਸ਼ਿਸ਼ ਕਰਦੇ ਹੈ। ਮਾਘ ਸੁੱਚੇ ਸੇ ਕਾਢੀ ਹੈ, ਜਿਨ ਪੂਰਾ ਗੁਰ ਮਿਹਰਬਾਨ। ਜਿਨ੍ਹਾਂ 'ਤੇ ਪੂਰੇ ਗੁਰੂ ਦੀ ਮਿਹਰਬਾਨੀ ਹੁੰਦੀ ਹੈ, ਉਹ ਮਾਘ ਮਹੀਨੇ ਉਹਨਾਂ ਨੂੰ ਸਾਧੂ ਦੀ ਸੰਗਤ ਮਿਲਦੀ ਹੈ। ਸਾਧੂ ਦੀ ਸੰਗਤ ਵੀ ਸਾਰਿਆਂ ਨੂੰ ਨਹੀਂ, ਪਹਿਲਾਂ ਨਿਗਾਹ ਦ੍ਰਿਸ਼ਟੀ ਆਪਣੀ ਸਾਫ਼ ਕਰਨੀ ਪੈਂਦੀ ਹੈ। ਅਤੇ ਅਸੀਂ ਵੀ ਜਦੋਂ ਕਦੀ ਮਹਾਤਮਾ ਲੋਕਾਂ ਦੀ ਸੰਗਤ ਵਿੱਚ ਅਸੀਂ ਵੀ ਸੰਤਾਂ ਨੂੰ ਆਪਣੇ ਵਰਗੇ ਸਮਝੀ ਜਾਣਾ। ਅਸੀਂ ਕਹਿਣਾ ਸਾਡੇ ਵਰਗੇ ਹੀ ਆ। ਉਹ ਮਗਰੋਂ ਪਤਾ ਲੱਗਿਆ ਹੌਲੀ ਹੌਲੀ ਉਹਨਾਂ ਨੇ ਹੁੰਦਿਆਂ ਨੇ 1-2 ਗੱਲਾਂ ਸਿੱਧੀਆਂ ਕਰ ਦੇਣੀਆਂ, 1-2 ਉੱਦਾਂ ਦੀਆਂ ਕਰ ਦੇਣੀਆਂ। ਅਸੀਂ ਕਹਿਣਾ ਸਾਡੇ ਨਾਲ ਦੇ ਹੀ ਆ। ਉਹ ਬਾਅਦ ਵਿੱਚ ਜਦੋਂ ਚਲੇ ਗਿਆ ਤਾਂ ਪਤਾ ਲੱਗਿਆ ਵੀ ਉਹ ਤਾਂ ਅੰਤਰਜਾਮੀ ਸੀ। ਇਹ ਗੱਲ ਉਹਨਾਂ ਨੇ ਮੈਨੂੰ ਤਾਂ ਕਹੀ। ਉਹ ਜਾਣ ਤੋਂ ਬਾਅਦ ਗਿਆਨ ਹੁੰਦਾ ਹੈ, ਉਸ ਵੇਲੇ ਗੱਲ ਦਾ ਗਿਆਨ ਨਹੀਂ ਹੁੰਦਾ। ਇਸ ਕਰਕੇ ਸਾਰਿਆਂ ਦਾ ਧੰਨਵਾਦ ਹੈ ਜੀ, ਸਾਰੀ ਸੰਗਤ ਦਾ ਧੰਨਵਾਦ। ਇਹਨਾਂ ਸੰਗਤ ਦੀਆਂ ਅਸੀਸਾਂ ਨਾਲ, ਸੰਗਤ ਦੀਆਂ ਅਰਦਾਸਾਂ ਦੇ ਨਾਲ ਮੈਂ ਮੁੜ ਕੇ ਤੁਹਾਡੇ ਦਰਸ਼ਨ ਕੀਤੇ ਹੈ। ਠੀਕ ਹੈ, ਸਤਿਗੁਰੂ ਜੀ ਕਿਰਪਾ ਕਰਨ, ਜਿੰਨਾ ਕੁ ਸਮਾਂ ਆਪਣੇ ਪਵਿੱਤਰ ਸਥਾਨਾਂ ਦੀ ਸੇਵਾ ਕਰਵਾਉਣਗੇ ਉਹਨਾਂ ਕੁ ਚਿਰ ਸੇਵਾ ਕਰਾਂਗੇ।
बाकी कुछ बरसियां तो मैं नहीं पहुँच सकिया, एक शरीर की मजबूरी है, नहीं जा सकिया, इस करके माफ़ी चाहुंदे हैं। बाकी सारी संगत का धन्नवाद जी। सतगुरु जी कृपा करन, जिन्हां जिन्हां ने शरधा नाल हाज़री भरी है उन्होंने अपने चरणों विचों बख्शिश करन। सारे एक बारी अपनी रसना पवित्र करो जी। वाहिगुरू जी का खालसा, वाहिगुरू जी की फतेह।